CPP ਅਸੀਂ ਹਰ ਇੱਕ ਪਰਸਨ ਨੂੰ ਪਤਾ ਹੈ ਕਿ ਸਾਡੀ ਪੈਨਸ਼ਨ ਕੱਟੀ ਜਾਂਦੀ ਹੈ, ਉਹਦੇ ਲਈ ਅਸੀਂ CPP ਜਿਹੜਾ ਉਹ ਕਟਾ ਰਹੇ ਹੈਗੇ। ਬਟ ਇਹਦੇ ਨਾਲ ਦੀ ਨਾਲ CPP ਦੇ ਵਿੱਚ ਡਿਸੇਬਿਲਿਟੀ ਬੈਨੀਫਿਟ ਜਿੱਥੇ ਕਈ ਵਾਰੀ ਕੀ ਹੁੰਦਾ ਕਿ ਤੁਸੀਂ $50,000-60,000 ਬਣਾ ਲਿਆ, ਉਸ ਤੋਂ ਬਾਅਦ ਇੱਕਦਮ ਤੁਹਾਡਾ ਪੇ ਚੈੱਕ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ। ਉਹ ਤਾਂ ਹੁੰਦਾ ਕਿਉਂਕਿ ਤੁਸੀਂ ਆਲਰੇਡੀ ਆਪਣੀ CPP ਕੰਟਰੀਬਿਊਸ਼ਨ ਉਸ ਸਾਲ ਦੀ ਪੂਰੀ ਕਰ ਚੁੱਕੇ ਹੁੰਦੇ ਹੋ। ਕਈ ਵਾਰੀ ਅਸੀਂ ਕਨਫਿਊਜ਼ ਹੋ ਜਾਂਦੇ ਕਿ ਅਸੀਂ ਕੰਮ ਕੀਤਾ ਅਤੇ ਸਾਡੀ ਪੈਨਸ਼ਨ ਘੱਟ ਜਾਣੀ ਹੈ। ਸੋ ਪੈਨਸ਼ਨ 'ਤੇ ਇਫੈਕਟ ਨਹੀਂ ਪੈ ਰਿਹਾ, ਤੁਹਾਡੀ ਇਫੈਕਟ ਪੈ ਰਿਹਾ ਓਲਡ ਏਜ ਸਿਕਿਉਰਿਟੀ 'ਤੇ, ਉਹ ਵੀ ਉਦੋਂ ਜਦੋਂ ਤੁਹਾਡੀ ਟੋਟਲ ਇਨਕਮ $81,000 ਅਪਰੋਕਸੀਮੇਟ ਉਸ ਤੋਂ ਉੱਪਰ ਚਲੇ ਜਾਂਦੀ ਹੈ। ਆਈ ਵੁੱਡ ਸੁਜੈਸਟ ਕਿ ਸਾਰਿਆਂ ਨੂੰ ਆਪਣੀ ਰਿਟਾਇਰਮੈਂਟ 'ਤੇ ਐਕਸਟਰਾ ਆਪਸ਼ਨ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ $1,235 ਦੀ ਪੈਨਸ਼ਨ ਹੈਗੀ ਹੈ, ਉਸ ਤੋਂ ਉੱਪਰ ਥੋੜ੍ਹੇ ਜਿਹੇ ਅਲਾਉੈਂਸ ਨੇ ਅਤੇ ਉਹਦੇ ਨਾਲ ਬੰਨਾ ਤੇ ਕੁਛ ਵੀ ਨਹੀਂ, ਚਾਹੇ ਤੁਸੀਂ ਜਿੰਨੀ ਮਰਜ਼ੀ CPP ਕਟਵਾਈ ਹੋਏ। ਉਹ ਇਹ ਨਹੀਂ ਕਿ ਤੁਸੀਂ ਤੁਹਾਡੇ ਫੈਮਿਲੀ ਡਾਕਟਰ ਨੇ ਕਹਿ ਤਾ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਤਾਂ ਉਹ ਮੰਨ ਲੈਣਗੇ, ਇੱਦਾਂ ਨਹੀਂ ਹੋਣਾ। ਉਹਨਾਂ ਨੇ ਆਪ ਇਨਵੈਸਟੀਗੇਟ ਕਰਨਾ ਕਿ ਤੁਸੀਂ ਸਹੀ 'ਚ ਕੰਮ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਤੁਸੀਂ ਕੋਈ ਅਗਰ ਇਹ ਹੈਵੀ ਕੰਮ ਨਹੀਂ ਕਰ ਸਕਦੇ, ਤੁਸੀਂ ਹਲਕਾ ਕੰਮ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਇੰਪਲੋਈਜ਼ ਨੇ ਉਹਨਾਂ ਦੇ ਪੇ ਚੈੱਕ ਦੇ ਉੱਤੇ ਕੁਛ ਡਿਡਕਸ਼ਨਸ ਹੁੰਦੀਆਂ ਨੇ ਜਿਹੜੀਆਂ ਕੁਛ ਨੂੰ ਸਮਝ ਆਉਂਦੀਆਂ ਨੇ, ਕੁਛ ਨੂੰ ਸਮਝ ਨਹੀਂ ਆਉਂਦੀਆਂ। ਜਿਹੜਾ EI ਦੇ ਰੂਪ 'ਚ ਡਿਡਕਸ਼ਨ ਹੈ, CPP, WSIB, ਇਹ ਕੱਟੀਆਂ ਜਾਂਦੀਆਂ ਅਤੇ ਦਿਸਦੀਆਂ ਨੇ, ਪਰ ਇਹ ਫਾਰਮੂਲਾ ਕੀ ਮਤਲਬ ਹੁੰਦਾ, ਕਿਸ ਤਰੀਕੇ ਨਾਲ ਇਹ ਕੱਟੀਆਂ ਜਾਂਦੀਆਂ ਨੇ, ਕਿਸ ਦੀ ਕਿੰਨੀ ਕੱਟੀ ਜਾਂਦੀ ਹੈ ਅਤੇ ਕੀ ਕਵਰੇਜ ਇਹ ਦਿੰਦੀਆਂ ਨੇ। ਅੱਜ ਅਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਸ ਤੋਂ ਬਾਅਦ ਫਿਰ ਦੇਖਾਂਗੇ ਵੀ ਇਹਦੇ 'ਚ ਕਮੀ ਕਿੱਥੇ ਰਹਿੰਦੀ ਹੈ। ਅਤੇ ਇਸ ਗੱਲ 'ਚ ਸਾਡੀ ਹੈਲਪ ਕਰਨ ਲਈ ਸਟੂਡੀਓ 'ਚ ਸਾਡੇ ਨਾਲ ਸਿਮਰਨ ਸੈਣੀ ਨੇ, ਜਿਹੜੇ ਕਿ ਖੁਦ ਇੰਸ਼ੋਰੈਂਸ ਸੈਕਟਰ 'ਚੋਂ ਨੇ ਅਤੇ ਇਸ ਟੌਪਿਕ 'ਤੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਸਟੱਡੀ ਕੀਤੀ। ਸਾਡੇ ਨਾਲ ਇਸ ਗੱਲਬਾਤ 'ਚ ਸ਼ਾਮਲ ਹੋਣ ਵਾਸਤੇ ਸਿਮਰਨ ਜੀ, ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਜੀ ਆਇਆਂ ਨੂੰ ਸ਼ੁਕਰੀਆ। ਥੈਂਕ ਯੂ ਸ਼ਮੀਲ ਜੀ, ਪਹਿਲਾਂ ਤਾਂ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ। ਥੋੜ੍ਹਾ ਜਿਹਾ ਇਹਨਾਂ ਨੂੰ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਨੂੰ ਤਾਂ ਆਪ ਨਹੀਂ ਪਤਾ ਵੈਸੇ, ਇਹ ਮੇਰੇ ਲਈ ਆਪਣੇ ਲਈ ਵੀ ਇਹ ਇੱਕ ਅੱਛੀ ਲਰਨਿੰਗ ਹੋਏਗੀ ਕਿ ਕਿਵੇਂ ਕੱਟੀਆਂ ਜਾਂਦੀਆਂ ਨੇ ਇਹ ਜਿਹੜੀਆਂ। ਇੱਕ ਇੱਕ ਕਰਕੇ ਆਪਾਂ ਸ਼ੁਰੂ ਕਰ ਲੈਂਦੇ ਹਾਂ, EI ਤੋਂ ਸ਼ੁਰੂ ਕਰਦੇ ਹਾਂ। ਬਿਲਕੁਲ। ਸੋ EI ਮੋਸਟਲੀ ਜਦੋਂ ਵੀ ਕਿਸੇ ਵੀ ਪਰਸਨ ਨੂੰ ਚੈੱਕ ਮਿਲਦਾ ਤਾਂ ਅਸੀਂ ਦੇਖਦੇ ਹਾਂ ਕਿ ਸਾਡੀ ਕੰਟਰੀਬਿਊਸ਼ਨ ਉਹਨਾਂ ਨੇ ਕੱਟ ਕੇ ਤੁਹਾਨੂੰ ਪੇ ਚੈੱਕ ਦਿੱਤਾ ਹੈਗਾ। ਸੋ ਬੇਸਿਕਲੀ ਇੰਪਲੋਇਮੈਂਟ ਇੰਸ਼ੋਰੈਂਸ ਹੈ ਕੀ ਚੀਜ਼ ਕਿ ਅਗਰ ਆਪਾਂ ਨੂੰ ਕਦੀ ਵੀ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਇੰਜਰੀ ਜਾਂ ਸਿਕਨੈਸ, ਇਸ ਤਰ੍ਹਾਂ ਦੀ ਪ੍ਰੋਬਲਮ ਕਿ ਪਰਸਨ ਨਾ ਤਾਂ ਆਪਣੀ ਜੋਬ ਕਰ ਸਕਦਾ ਨਾ ਕੋਈ ਹੋਰ ਕੰਮ ਕਰ ਸਕਦਾ, ਤਾਂ ਗਵਰਨਮੈਂਟ ਅਲਾਉ ਕਰਦੀ ਹੈ ਆਪਾਂ ਨੂੰ ਕਿ ਸਾਨੂੰ ਮੈਕਸ 112 ਡੇਜ਼ 112 ਦਿਨ ਦਾ ਬੈਨੀਫਿਟ ਹੁੰਦਾ ਹੈ ਕਿ ਤੁਸੀਂ ਉਹ EI ਅਪਲਾਈ ਕਰ ਸਕਦੇ ਹੋ, ਤੁਹਾਨੂੰ ਬੈਨੀਫਿਟ ਮਿਲ ਸਕਦਾ। ਬਟ ਉਹਦੀ ਹੁਣ ਐਲੀਜੀਬਿਲਿਟੀ ਹੈ, ਅਗਰ ਤਾਂ ਤੁਸੀਂ ਲਾਸਟ ਜਿਹੜੇ 52 ਵੀਕਸ ਨੇ ਉਹਨਾਂ ਦੇ ਵਿੱਚ ਅਗਰ ਤੁਸੀਂ 600 ਆਵਰਸ ਕੰਮ ਕੀਤਾ ਹੈ ਦੈਨ ਤੁਸੀਂ EI ਅਪਲਾਈ ਕਰ ਸਕਦੇ ਹੈਗੇ ਹੋ। ਸੋ ਉਹਦੇ ਵਿੱਚ ਵੇਟਿੰਗ ਹੁੰਦੀ ਹੈ 1 ਵੀਕ ਦੀ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਬੈਨੀਫਿਟ ਸ਼ੁਰੂ ਹੋ ਜਾਂਦਾ। ਪਰ ਹੁਣ ਜਿਹੜਾ ਤੁਹਾਡੇ ਪੇ ਚੈੱਕ 'ਚੋਂ ਅਮਾਊਂਟ ਕੱਟਿਆ ਜਾਂਦਾ ਹੈ ਉਹਦੇ ਵਿੱਚ ਅਗਰ ਤੁਸੀਂ $100 ਬਣਾ ਰਹੇ ਹੋ ਤਾਂ $100 ਦੇ ਪਿੱਛੇ ਗਵਰਨਮੈਂਟ ਤੁਹਾਡੇ ਕੋਲ ਚਾਰਜ ਕਰਦੀ ਹੈ $1.57 ਔਰ ਤੁਹਾਡਾ ਇੰਪਲੋਇਰ ਉਹਦੇ ਵਿੱਚ ਐਡ ਕਰਦਾ $2.27, ਯਾਨੀ ਕਿ ਹਰ $100 ਦੇ ਪਿੱਛੇ ਤੁਸੀਂ ਗਵਰਨਮੈਂਟ ਨੂੰ $1.50 ਜਿਹੜਾ ਉਹ ਪੇ ਕਰ ਰਹੇ ਹੈਗੇ ਹੋ ਆਪਣੇ EI ਬੈਨੀਫਿਟਸ ਦੇ ਲਈ। ਸੋ ਤੁਸੀਂ ਆਪਣੇ ਕੋਲੋਂ ਦੇ ਰਹੇ ਹੋ ਇਹਨਾਂ ਤੇ, ਬਿਲਕੁਲ ਬਾਕੀ ਤੁਹਾਡਾ ਇੰਪਲੋਇਰ ਦੇ ਰਿਹਾ। ਸੋ ਤੁਸੀਂ ਇਹ ਕੰਟਰੀਬਿਊਟ ਕਰ ਰਹੇ ਹੋ ਤਾਂ ਹੀ ਆਪਾਂ ਨੂੰ ਇਹ ਬੈਨੀਫਿਟਸ ਮਿਲਦੇ ਨੇ। ਸੋ ਇਹ ਕੰਟਰੀਬਿਊਸ਼ਨ ਅਗਰ ਤੁਸੀਂ ਅਜੇ ਸ਼ੁਰੂ ਹੀ ਕੀਤਾ ਹੈ ਕੰਮ, ਫੋਰ ਐਗਜ਼ਾਮਪਲ ਤੁਸੀਂ ਨਵੇਂ ਹੋ ਅਜੇ, ਤੁਹਾਡੇ 600 ਆਵਰਸ ਨਹੀਂ ਹੋਏ ਤਾਂ ਤੁਸੀਂ ਐਲੀਜੀਬਲ ਨਹੀਂ ਹੈਗੇ ਇਹਨਾਂ ਬੈਨੀਫਿਟਸ ਦੇ ਲਈ। ਸੋ ਐਟਲੀਸਟ 600 ਆਵਰਸ ਚਾਹੀਦੇ ਨੇ। ਉਸ ਤੋਂ ਬਾਅਦ ਤੁਸੀਂ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਮੈਕਸਿਮਮ 112 ਡੇਜ਼ ਦੇ ਲਈ ਕਵਰ ਹੋ ਗਏ ਔਰ ਕੋਈ ਜ਼ਿਆਦਾ ਬਹੁਤ ਲੰਬਾ ਬੈਨੀਫਿਟ ਨਹੀਂ ਚੱਲਣਾ। ਆਲਮੋਸਟ 4 ਮਹੀਨੇ ਤੋਂ ਵੀ ਘੱਟ ਦਾ ਟਾਈਮ ਹੈਗਾ ਕਿ ਤੁਹਾਨੂੰ ਇਹ ਬੈਨੀਫਿਟ ਮਿਲੇਗਾ। ਦੂਸਰਾ, ਇਹ ਬੈਨੀਫਿਟ ਟੈਕਸੇਬਲ ਹੁੰਦਾ ਹੈ। ਤੁਸੀਂ ਜਿਹੜੀ ਵੀ EI ਤੋਂ ਇਨਕਮ ਲੈ ਰਹੇ ਹੁੰਦੇ ਹੋ ਉਹ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਉਹ ਅਗੇਨ ਟੈਕਸੇਬਲ ਹੋਣੀ ਹੈਗੀ ਹੈ, ਉਹ ਟੈਕਸ ਫਰੀ ਨਹੀਂ ਹੈ ਇਨਕਮ। ਔਰ ਜਿਹੜੀ EI ਹੈ ਉਹਦੇ ਅੰਡਰ ਸਿਰਫ ਇੰਪਲੋਈ ਜਿਹੜੇ ਪਰਸਨ ਉਹੀ ਆਉਂਦੇ ਨੇ, ਜਿਹੜੇ ਸੈਲਫ ਇੰਪਲੋਇਡ ਨੇ ਉਹਨਾਂ ਨੂੰ ਇਹ ਬੈਨੀਫਿਟ ਨਹੀਂ ਹੈਗਾ ਕਿਉਂਕਿ ਉਹ EI ਪੇ ਨਹੀਂ ਕਰਦੇ ਹੈਗੇ ਨੇ। ਇਹ ਕਿੰਨੀ ਫਿਰ ਕਵਰੇਜ ਕਿਵੇਂ ਹੁੰਦੀ ਹੈ ਉਹ ਵੀ ਥੋੜ੍ਹਾ ਜਿਹਾ ਐਕਸਪਲੇਨ ਕਰ ਸਕਦੇ? ਬਿਲਕੁਲ, ਤੁਹਾਡੀ ਇਨਕਮ ਦਾ 55%। ਸੋ ਫੋਰ ਐਗਜ਼ਾਮਪਲ ਅਗਰ ਕੋਈ ਬੰਦਾ $2,000 ਆ ਮੰਥ ਬਣਾ ਰਿਹਾ ਤਾਂ ਉਹਦਾ 55% ਔਰ ਮੈਕਸ ਜਿਹੜਾ $638 ਪਰ ਵੀਕ, ਇਸ ਤੋਂ ਜ਼ਿਆਦਾ ਇਹ ਪੇ ਨਹੀਂ ਕਰਦੇ। ਸੋ ਤੁਹਾਡੀ ਇਨਕਮ ਆਲਮੋਸਟ ਅਗਰ ਅਸੀਂ ਕੱਲ੍ਹ ਨੂੰ ਬਿਮਾਰ ਹੋ ਜਾਂਦੇ, ਕੋਈ ਸਿਕਨੈਸ ਹੋ ਜਾਂਦੀ ਹੈ ਤਾਂ ਸਾਡੀ ਇਨਕਮ ਹਾਫ ਰਹਿ ਜਾਂਦੀ ਹੈ। ਤਾਂ 55% ਤੁਹਾਡੀ ਇਨਕਮ ਕਿੰਨੀ ਦੇਰ ਫਿਰ ਮਿਲਦੀ ਆ? 112 ਦਿਨ ਮੈਕਸਿਮਮ ਬੈਨੀਫਿਟ। ਬੇਸਿਕਲੀ 112 ਦਿਨ ਦੀ ਕਵਰੇਜ ਹੈ। 112 ਦਿਨ ਦੀ EI ਦੀ ਕਵਰੇਜ ਹੈ ਜੀ। ਅਤੇ ਉਸ ਤੋਂ ਅੱਗੇ ਫਿਰ ਜਿਹੜਾ ਹੈ CPP, ਜੀ CPP ਅਸੀਂ ਹਰ ਇੱਕ ਪਰਸਨ ਨੂੰ ਪਤਾ ਹੈ ਕਿ ਸਾਡੀ ਪੈਨਸ਼ਨ ਕੱਟੀ ਜਾਂਦੀ ਹੈ, ਉਹਦੇ ਲਈ ਅਸੀਂ CPP ਜਿਹੜਾ ਉਹ ਕਟਾ ਰਹੇ ਹੈਗੇ। ਬਟ ਇਹਦੇ ਨਾਲ ਦੀ ਨਾਲ CPP ਦੇ ਵਿੱਚ ਡਿਸੇਬਿਲਿਟੀ ਬੈਨੀਫਿਟ ਹੁੰਦਾ ਕਿ ਅਗਰ ਕੋਈ ਪਰਸਨ ਜਿਹਨੂੰ ਕੋਈ ਪ੍ਰੋਲੋਂਗ ਡਿਸੇਬਿਲਿਟੀ ਹੋ ਗਈ, ਬਹੁਤ
ਇਹਦੀ ਡੈਫੀਨੇਸ਼ਨ ਕਾਫੀ ਸਟ੍ਰਿਕਟ ਹੈ, ਨਹੀਂ ਕਿ ਕੋਈ ਮਾੜੀ ਮੋਟੀ ਸੱਟ ਲੱਗੀ ਤੇ ਤੁਸੀਂ CPP ਡਿਸੇਬਿਲਿਟੀ ਤੇ ਚਲੇ ਗਏ, ਨਹੀਂ। ਸੋ ਉਹ ਹੈ ਕਿ ਅਗਰ ਤੁਹਾਨੂੰ ਬਹੁਤ ਜ਼ਿਆਦਾ ਸੱਟ ਲੱਗ ਗਈ, ਤੁਸੀਂ ਬਿਲਕੁਲ ਹੀ ਕੰਮ ਨਹੀਂ ਕਰ ਸਕਦੇ, ਤਾਂ ਗਵਰਨਮੈਂਟ ਤੁਹਾਨੂੰ ਜਿਹੜਾ ਡਿਸੇਬਿਲਿਟੀ ਬੈਨੀਫਿਟ ਲਗਾ ਦਿੰਦੀ ਹੈ। ਮੈਕਸ ਇਹ ਲੱਗਦਾ ਹੈ ਤੁਹਾਨੂੰ ਅਰਾਊਂਡ $1,435, $1,435 ਦਾ ਮੰਥਲੀ ਇਹ ਬੈਨੀਫਿਟ ਹੁੰਦਾ। ਬਟ ਉਹਦੀ ਵੀ ਰਿਕੁਆਇਰਮੈਂਟ ਹੈ, ਅਗਰ ਤੁਸੀਂ ਪਿਛਲੇ 6 ਸਾਲ ਦੇ ਦੌਰਾਨ ਮਿਨੀਮਮ 4 ਸਾਲ CPP ਕਟਵਾਈ ਹੈ, $5,100 ਦੇ ਕਰੀਬ, $5,100 ਦੇ ਕਰੀਬ, ਇਹ ਮਿਨੀਮਮ ਰਿਕੁਆਇਰਮੈਂਟ ਹੈਗੀ ਤੁਹਾਡੀ CPP ਦੇ ਲਈ ਕੁਆਲੀਫਾਈ ਕਰਨ ਦੇ ਲਈ। ਅਗਰ ਤੁਸੀਂ CPP ਨਹੀਂ ਕਟਵਾਈ, ਫੋਰ ਐਗਜ਼ਾਮਪਲ ਅਗਰ ਬੰਦਾ ਸੈਲਫ ਇੰਪਲੋਇਡ ਹੈ, ਕਿਉਂਕਿ CPP ਬੈਨੀਫਿਟ ਦੋਨਾਂ ਨੂੰ ਮਿਲਦਾ, ਇੰਪਲੋਈ ਨੂੰ ਵੀ ਸੈਲਫ ਇੰਪਲੋਇਡ ਨੂੰ ਵੀ, ਪਰ ਅਗਰ ਸੈਲਫ ਇੰਪਲੋਇਡ ਪਰਸਨ ਨੇ CPP ਪੇ ਹੀ ਨਹੀਂ ਕੀਤੀ, ਹੁਣ CPP ਅਗਰ ਪੇ ਕਰੇਗਾ ਪਰਸਨ ਦੈਨ ਨਹੀਂ ਆ। ਮੋਸਟਲੀ ਜਦੋਂ ਕਾਰਪੋਰੇਸ਼ਨ ਦੇ ਅੰਡਰ ਕਈ ਲੋਕ ਕੰਮ ਕਰਦੇ ਨੇ, ਉਹ CPP ਪੇ ਹੀ ਨਹੀਂ ਕਰਦੇ, ਸਿਰਫ ਆਪਣਾ ਟੈਕਸ ਪੇ ਕਰ ਦਿੰਦੇ ਨੇ। ਉਹ ਕਹਿੰਦੇ ਕਿ ਸਾਨੂੰ ਪੈਨਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ, ਬਟ ਉਹਦੇ ਵਿੱਚ ਬਿਲਡ ਇਨ ਤੁਹਾਡਾ ਡਿਸੇਬਿਲਿਟੀ ਦਾ ਬੈਨੀਫਿਟ ਵੀ ਹੈ ਕਿ ਅਗਰ ਪਰਸਨ ਪਰਮਾਨੈਂਟ ਡਿਸੇਬਲ ਹੋ ਗਿਆ ਤਾਂ ਗਵਰਨਮੈਂਟ ਤੁਹਾਨੂੰ ਇੱਕ ਬੈਨੀਫਿਟ ਪੇ ਕਰੇਗੀ। ਬਟ ਉਹਦੀ ਡੈਫੀਨੇਸ਼ਨ ਕਾਫੀ ਸਟਰੋਂਗ ਹੈ। ਜਿਸ ਤਰ੍ਹਾਂ ਪਰਸਨ ਨੂੰ ਮੰਨ ਲਓ ਕਿ ਦੇਖ ਨਹੀਂ ਸਕਦਾ ਜਾਂ ਪਰਸਨ ਸੁਣ ਨਹੀਂ ਸਕਦਾ ਜਾਂ ਉਹਨੂੰ ਹਮੇਸ਼ਾ ਕਿਸੇ ਦੀ ਹੈਲਪ ਚਾਹੀਦੀ ਹੈ ਜਾਂ ਵਾਕ ਨਹੀਂ ਕਰ ਸਕਦਾ, ਸੋ ਕਾਫੀ ਸਟਰੋਂਗ ਡੈਫੀਨੇਸ਼ਨ ਹੈਗੀ। ਅਗਰ ਤੁਸੀਂ ਕੁਆਲੀਫਾਈ ਕਰਦੇ ਹੋ ਉਹਦੇ ਅੰਡਰ, ਫਿਰ ਤੁਹਾਨੂੰ ਜਿਹੜੀ ਗਵਰਨਮੈਂਟ ਆ ਉਹ CPP ਬੈਨੀਫਿਟ ਪੇ ਕਰੇਗੀ। ਹੁਣ ਇਹਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਹੈਗਾ, ਅਗਰ ਤੇ ਤੁਸੀਂ ਇੰਪਲੋਈ ਹੋ, ਜੋ ਵੀ ਤੁਸੀਂ ਇਨਕਮ ਬਣਾ ਰਹੇ ਹੈਗੇ ਹੋ, ਉਹਦਾ 5.70%। ਫੋਰ ਐਗਜ਼ਾਮਪਲ ਤੁਸੀਂ $1,000 ਬਣਾ ਰਹੇ ਹੋ, ਤਾਂ ਉਹਦਾ ਜਿਹੜਾ ਪਰਸੈਂਟੇਜ ਹੈ 5.70% ਜੋ ਹੈ ਤੁਸੀਂ ਐਜ਼ ਅ CPP ਗਵਰਨਮੈਂਟ ਨੂੰ ਦੇ ਰਹੇ ਹੋ। ਔਰ ਇਹ ਵੀ ਹੈ ਕਿ ਇਹ ਹਰ ਸਾਲ ਥੋੜ੍ਹੀ ਥੋੜ੍ਹੀ ਵੱਧਦੀ ਵੀ ਹੈ। ਇਹਦੇ 'ਚ ਵੀ ਇੰਪਲੋਇਰ ਦਾ ਪਾਰਟ ਹੁੰਦਾ? ਇਹਦੇ 'ਚ ਇੰਪਲੋਇਰ ਹੁੰਦਾ। ਇੰਪਲੋਇਰ ਜਿਹੜਾ ਉਹ ਪੇ ਕਰ ਰਿਹਾ ਹੁੰਦਾ ਹੈਗੇ, ਜਿਹੜੇ ਸੈਲਫ ਇੰਪਲੋਈ ਇੰਨਾ ਪੇ ਕਰ ਰਹੇ ਨੇ, ਜਿਹੜਾ ਇੰਪਲੋਈ ਹੈ ਜਿਹੜਾ ਖੁਦ ਆਪਣਾ ਸੈਲਫ ਇੰਪਲੋਇਡ ਆ ਉਹ ਪੇ ਕਰਦੇ ਨੇ 11.40। CPP ਇਕੱਲਾ ਇੰਪਲੋਈ ਪੇ ਕਰ ਰਿਹਾ, ਅਗਰ ਸੈਲਫ ਇੰਪਲੋਇਡ ਉਹਦੀ ਪਰਸੈਂਟੇਜ ਜ਼ਿਆਦਾ ਹੈ, ਸੋ ਉਹ 11.40 ਪੇ ਕਰ ਰਿਹਾ ਹੈਗਾ। ਸੋ ਇਹਦੇ ਵਿੱਚ ਇਹ ਹੈਗਾ ਕਿ ਇਹਦਾ ਪ੍ਰੀਮੀਅਮ ਪਰਸੈਂਟੇਜ ਜਿਹੜੀ ਹੈ ਥੋੜ੍ਹੀ ਥੋੜ੍ਹੀ ਹਰ ਸਾਲ ਗਵਰਨਮੈਂਟ ਵਧਾ ਦਿੰਦੀ ਹੈ, ਕਿਉਂਕਿ ਜੇ ਉੱਧਰੋਂ ਪੈਨਸ਼ਨ ਵੱਧਦੀ ਹੈ ਅਤੇ ਇੱਧਰੋਂ CPP ਜਿਹੜੀ ਤੁਸੀਂ ਕਟਾ ਰਹੇ ਹੋ ਉਹ ਵੀ ਵੱਧਦੀ ਹੈ। ਬਟ ਇਹਦੀ ਇੱਕ ਮੈਕਸ ਲਿਮਿਟ ਹੁੰਦੀ ਹੈ। ਸੋ ਮੈਕਸ ਲਿਮਿਟ ਜਦੋਂ ਤੁਸੀਂ ਉਸ ਸਾਲ 'ਚ ਪੂਰੀ ਕਰ ਦਿੰਦੇ ਹੋ, ਤੁਸੀਂ ਆਪਣੀ CPP ਕੰਟਰੀਬਿਊਸ਼ਨ ਪੂਰੀ ਕਰ ਦਿੱਤੀ। ਕਈ ਵਾਰੀ ਕੀ ਹੁੰਦਾ ਕਿ ਤੁਸੀਂ $50,000-60,000 ਬਣਾ ਲਿਆ, ਉਸ ਤੋਂ ਬਾਅਦ ਇੱਕਦਮ ਤੁਹਾਡਾ ਪੇ ਚੈੱਕ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ ਹੈ। ਉਹ ਤਾਂ ਹੁੰਦਾ ਹੈ ਕਿਉਂਕਿ ਤੁਸੀਂ ਆਲਰੇਡੀ ਆਪਣੀ CPP ਕੰਟਰੀਬਿਊਸ਼ਨ ਉਸ ਸਾਲ ਦੀ ਪੂਰੀ ਕਰ ਚੁੱਕੇ ਹੁੰਦੇ ਹੋ, ਤਾਂ ਤੁਹਾਡੀ ਥੋੜ੍ਹੀ ਚੈੱਕ ਜਿਹੜਾ ਉਹ ਵੱਡਾ ਆਉਣਾ ਸ਼ੁਰੂ ਹੁੰਦਾ ਹੈ। ਕੰਟਰੀਬਿਊਸ਼ਨ ਦੀ ਇੱਕ ਰੂਮ ਲਿਮਿਟ ਹੁੰਦੀ ਹੈ। ਹਾਂਜੀ ਹਾਂਜੀ। ਤਾਂ ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਚੈੱਕ ਤੁਹਾਡਾ ਵੱਡਾ ਆ ਜਾਂਦਾ, ਫਿਰ ਤੁਹਾਨੂੰ CPP ਥੋੜ੍ਹੀ ਜਿਹੀ ਘੱਟ ਕੱਟਣੀ ਪੈਂਦੀ ਹੈ। 65 ਦੀ ਏਜ ਤੱਕ ਤੁਸੀਂ ਜਿਹੜੀ ਆਪਣੀ CPP ਕਟਵਾਉਂਦੇ ਹੋ। 65 ਤੋਂ ਬਾਅਦ ਅਗਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਸਟਿਲ, ਹੁਣ ਕਈ ਲੋਕ ਨੇ ਅਜੇ ਵੀ 65 ਦੀ ਏਜ ਤੋਂ ਬਾਅਦ ਕੰਮ ਕਰਦੇ ਹੋ, ਉਸ ਤੋਂ ਬਾਅਦ ਇਹ ਤੁਹਾਡੀ ਮਰਜ਼ੀ ਹੁੰਦੀ ਹੈ ਕਿ ਤੁਸੀਂ CPP ਕਟਵਾਉਣੀ ਹੈ ਜਾਂ ਨਹੀਂ ਕਟਵਾਉਣੀ। ਤੁਸੀਂ ਬੰਦ ਵੀ ਕਰ ਸਕਦੇ ਹੋ, ਨਾਲ ਦੀ ਨਾਲ ਅਗਰ ਤੁਸੀਂ ਪੈਨਸ਼ਨ ਲੈਣੀ ਸ਼ੁਰੂ ਕਰਨੀ ਹੈ ਆਪਣੀ, ਤੁਸੀਂ 65 ਤੇ ਪੈਨਸ਼ਨ ਲੈਣੀ ਸ਼ੁਰੂ ਕਰ ਦਿਓ, ਬਟ ਤੁਸੀਂ CPP ਕਟਾਣੀ ਨਹੀਂ ਕਟਾਣੀ ਉਹ ਤੁਹਾਡੀ ਮਰਜ਼ੀ ਹੁੰਦੀ ਹੈ। ਅਗਰ ਤੁਸੀਂ ਨਹੀਂ ਵੀ ਕਟਾਉਣਾ ਚਾਹੁੰਦੇ ਤਾਂ ਵੀ ਇਟਸ ਓਕੇ। ਸੋ ਪੈਨਸ਼ਨ ਲੈਣੀ ਹੈ 65 ਤੋਂ, ਤੇ ਇਹ ਵੈਸੇ ਥੋੜ੍ਹੀ ਜਿਹੀ ਕੰਪਲੀਕੇਟਡ ਹੋ ਸਕਦੀ ਹੈ ਇਹ ਕੈਲਕੂਲੇਸ਼ਨ। ਕੋਈ ਥੋੜ੍ਹਾ ਬਹੁਤ ਆਈਡੀਆ ਕਿ ਕਿੰਨੀ ਕਿ ਫਿਰ ਕਿਵੇਂ ਡਿਫਾਈਨ ਹੁੰਦਾ ਕਿ ਕਿੰਨੀ ਪੈਨਸ਼ਨ ਮਿਲਣੀ ਹੈ? ਪੈਨਸ਼ਨ 'ਤੇ ਇਫੈਕਟ ਨਹੀਂ ਪੈਂਦਾ, ਜਿਹੜੀ ਤੇ ਓਲਡ ਇਫੈਕਟ ਪੈਂਦਾ ਤੁਹਾਡੀ ਇਨਕਮ ਦਾ ਓਲਡ ਏਜ ਸਿਕਿਉਰਿਟੀ 'ਤੇ। ਕਈ ਵਾਰ ਅਸੀਂ ਕਨਫਿਊਜ਼ ਹੋ ਜਾਂਦੇ ਕਿ ਅਸੀਂ ਕੰਮ ਕੀਤਾ ਤਾਂ ਸਾਡੀ ਪੈਨਸ਼ਨ ਘੱਟ ਜਾਣੀ ਹੈ। ਸੋ ਪੈਨਸ਼ਨ 'ਤੇ ਇਫੈਕਟ ਨਹੀਂ ਪੈ ਰਿਹਾ, ਤੁਹਾਡੀ ਇਫੈਕਟ ਪੈ ਰਿਹਾ ਓਲਡ ਏਜ ਸਿਕਿਉਰਿਟੀ 'ਤੇ। ਉਹ ਵੀ ਉਦੋਂ ਜਦੋਂ ਤੁਹਾਡੀ ਟੋਟਲ ਇਨਕਮ $81,000 ਅਪਰੋਕਸੀਮੇਟ ਉਸ ਤੋਂ ਉੱਪਰ ਚਲੇ ਜਾਂਦੀ ਹੈ, ਦੈਨ ਤੁਹਾਡੀ ਪੈਨਸ਼ਨ 'ਤੇ ਇਫੈਕਟ ਪੈਂਦਾ ਹੈਗਾ। ਅਦਰਵਾਈਜ਼ ਅਗਰ ਉਹ ਬਿਲੋ ਰਹਿੰਦੀ ਹੈਗੀ ਹੈ ਦੈਨ ਉਹਦੇ 'ਤੇ ਇਫੈਕਟ ਨਹੀਂ ਪੈਂਦਾ। ਮੇਰੇ ਕਹਿਣ ਦਾ ਮਤਲਬ ਸੀ ਕੰਟਰੀਬਿਊਸ਼ਨ ਅਲੱਗ-ਅਲੱਗ ਹੋਏਗੀ ਨਾ ਇਨਕਮ ਲੈਵਲ ਦੇ ਹਿਸਾਬ ਨਾਲ। ਇੱਕ ਬੰਦੇ ਨੇ ਥੋੜ੍ਹਾ ਕੰਟਰੀਬਿਊਟ ਕੀਤਾ, ਇੱਕ ਨੇ ਜ਼ਿਆਦਾ ਇਨਕਮ ਵਾਲੇ ਨੇ ਉਹਨਾਂ ਦੀ ਜ਼ਿਆਦਾ ਕੰਟਰੀਬਿਊਸ਼ਨ ਹੈ ਜੀ, ਤੇ ਜਦੋਂ ਫਿਰ ਉਹ ਪੈਨਸ਼ਨ ਮਿਲਣੀ ਸ਼ੁਰੂ ਹੁੰਦੀ ਹੈ ਜੀ, ਉਹ ਮਤਲਬ ਉਹਦੀ ਕੋਈ ਕੈਲਕੂਲੇਸ਼ਨ ਦਾ? ਹਾਂਜੀ, ਉਹਦੇ 'ਤੇ ਇਫੈਕਟ ਪੈਂਦਾ ਕਿ ਤੁਸੀਂ ਕਿੰਨੀ ਦੇਰ ਤੋਂ ਇੱਥੇ ਹੋ, ਕਿੰਨੀ ਦੇਰ ਤੁਸੀਂ ਕੰਮ ਕੀਤਾ। ਜਿਹੜੀ ਕੰਮ ਵਾਲੀ ਪੈਨਸ਼ਨ ਲੱਗਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਕਿ ਇੱਕ ਤਾਂ ਓਲਡ ਏਜ ਹੋ ਗਈ, ਇੱਕ ਜਿਹੜੀ ਤੁਹਾਡੀ ਕੰਮ ਵਾਲਾ ਪੋਰਸ਼ਨ ਹੁੰਦਾ, ਉਹਦੇ 'ਤੇ ਇਫੈਕਟ ਪੈਂਦਾ ਕਿ ਤੁਸੀਂ ਕਿੰਨੀ CPP ਕਟਵਾਈ ਹੋਈ ਹੈ। ਜਿੰਨੇ ਜ਼ਿਆਦਾ ਤੁਸੀਂ ਕੰਟਰੀਬਿਊਟ ਕੀਤਾ ਉਨੀ ਤੁਹਾਡੀ ਪੈਨਸ਼ਨ ਥੋੜ੍ਹੀ ਜ਼ਿਆਦਾ ਲੱਗਦੀ ਹੈ। ਓਲਡ ਏਜ ਸਿਕਿਉਰਿਟੀ ਥੋੜ੍ਹੀ ਜਿਹੀ ਤੁਹਾਨੂੰ ਜ਼ਿਆਦਾ ਲੱਗਦੀ ਹੈਗੀ ਹੈ। ਤੁਹਾਡਾ GIC ਅਲਾਊਂਸ ਜਿਹੜਾ ਹੈਗਾ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਹੈਗਾ। ਬਹੁਤ ਵੱਡਾ ਫਰਕ ਨਹੀਂ ਹੈ, ਬਹੁਤ ਵੱਡਾ ਫਰਕ ਨਹੀਂ ਹੁੰਦਾ। ਇਹ ਨਾ ਸੋਚੋ ਕਿ ਬਹੁਤ ਜ਼ਿਆਦਾ ਫਰਕ ਹੋਣਾ, ਜ਼ਿਆਦਾ ਫਰਕ ਨਹੀਂ ਹੁੰਦਾ ਹੈਗਾ, ਬਟ ਥੋੜ੍ਹਾ ਜਿਹਾ ਫਰਕ ਪੈ ਜਾਂਦਾ। ਬਟ ਉਹਨੇ ਦੇ ਨਾਲ ਕੋਈ ਜ਼ਿਆਦਾ ਅੱਜ ਕੱਲ੍ਹ ਮੈਟਰ ਨਹੀਂ ਕਰਦਾ ਹੈਗਾ। ਸਟਿਲ ਆਈ ਵੁੱਡ ਸੁਜੈਸਟ ਕਿ ਸਾਰਿਆਂ ਨੂੰ ਆਪਣੀ ਰਿਟਾਇਰਮੈਂਟ 'ਤੇ ਐਕਸਟਰਾ ਆਪਸ਼ਨ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ $1,235 ਦੀ ਪੈਨਸ਼ਨ ਹੈਗੀ ਹੈ, ਉਸ ਤੋਂ ਉੱਪਰ ਥੋੜ੍ਹੇ ਜਿਹੇ ਅਲਾਊਂਸ ਨੇ, ਅਤੇ ਉਹਦੇ ਨਾਲ ਬੰਨਾ ਤਾਂ ਕੁਛ ਵੀ ਨਹੀਂ, ਚਾਹੇ ਤੁਸੀਂ ਜਿੰਨੀ ਮਰਜ਼ੀ CPP ਕਟਵਾਈ ਹੋਏ। ਸੋ ਉਹ ਕੋਈ ਵੱਡਾ ਡਿਫਰੈਂਸ ਨਹੀਂ ਪੈਣਾ ਉਹਦੇ ਨਾਲ। ਸਿਮਰਨ ਜੀ, ਗੱਲਬਾਤ ਆਪਾਂ ਕਰ ਰਹੇ ਸੀ EI ਤੇ CPP ਦੀ ਗੱਲ ਕੀਤੀ, ਹੁਣ WSIB ਦੀ ਥੋੜ੍ਹਾ ਗੱਲ ਕਰੀਏ ਜੀ। WSIB ਵਿੱਚ ਜਿਹੜੀ ਕੰਟਰੀਬਿਊਸ਼ਨ ਉਹ ਸਿਰਫ ਇੰਪਲੋਇਰ ਕਰਦਾ ਹੈ,
ਸੋ ਉਹਦੇ 'ਚ ਇੰਪਲੋਈ ਕੰਟਰੀਬਿਊਸ਼ਨ ਨਹੀਂ ਹੁੰਦੀ। ਸੋ ਬੇਸਿਕਲੀ ਤੁਹਾਡੀ ਇੰਸ਼ੋਰੈਂਸ ਹੈ ਜਿਹਦਾ ਪ੍ਰੀਮੀਅਮ ਇੰਪਲੋਇਰ ਪੇ ਕਰ ਰਿਹਾ ਕਿ ਇਨ ਕੇਸ ਕੱਲ੍ਹ ਨੂੰ ਕੰਮ 'ਤੇ ਕੋਈ ਸੱਟ ਚੋਟ ਲੱਗ ਜਾਂਦੀ ਹੈ ਜਾਂ ਕੋਈ ਕੰਮ 'ਤੇ ਬੰਦਾ ਉਸ ਕੰਮ ਨਾਲ ਰਿਲੇਟਡ ਕੋਈ ਪ੍ਰੋਬਲਮ ਹੋਈ ਜਿਹਦੇ ਕਰਕੇ ਉਹ ਸਿੱਕ ਹੋ ਗਿਆ, ਸੋ ਉਸ ਦੇ ਲਈ ਇੰਪਲੋਇਰ ਤੁਹਾਡਾ ਕੰਟਰੀਬਿਊਟ ਕਰ ਰਿਹਾ ਹੁੰਦਾ ਹੈ ਤਾਂ ਕਿ ਅਗਰ ਤੁਸੀਂ ਘਰ ਬੈਠ ਜਾਂਦੇ ਹੋ, ਕੰਮ ਨਹੀਂ ਕਰ ਸਕਦੇ, ਤਾਂ ਤੁਹਾਨੂੰ ਮੰਥਲੀ ਬੈਨੀਫਿਟ ਆਉਂਦਾ ਹੈ ਤੁਹਾਡੀ ਇਨਕਮ ਦਾ 85%। ਹੁਣ ਅਗਰ ਕਿਸੇ ਬੰਦੇ ਨੂੰ ਕੰਮ 'ਤੇ ਸੱਟ ਲੱਗ ਗਈ ਤਾਂ ਉੱਥੇ ਜੋ ਵੀ ਤੁਸੀਂ ਲੈ ਰਹੇ ਸੀ ਇਨਕਮ, ਜੋ ਵੀ ਬਣਾ ਰਹੇ ਸੀ, ਉਹਦਾ 85% ਤੁਹਾਨੂੰ ਘਰ ਬੈਠਿਆਂ ਮਿਲੇਗਾ। ਔਰ ਉਹਦਾ ਜਿਹੜਾ ਇੰਪਲੋਇਰ ਨੇ ਪ੍ਰੀਮੀਅਮ ਪੇ ਕੀਤਾ, ਜਿੰਨੀ ਵੀ ਤੁਸੀਂ ਇਨਕਮ ਬਣਾ ਰਹੇ ਹੈਗੇ ਹੋ, ਹਰ $100 ਦੇ ਪਿੱਛੇ ਇੰਪਲੋਇਰ ਪੇ ਕਰਦਾ $1.37। ਸੋ ਅਗਰ ਕਿਸੇ ਬੰਦੇ ਦੀ ਫੋਰ ਐਗਜ਼ਾਮਪਲ ਇਨਕਮ ਹੈਗੀ ਅਰਾਊਂਡ $50,000 ਤਾਂ ਉਹ ਤਕਰੀਬਨ $685 ਇੰਪਲੋਇਰ ਨੇ ਪੇ ਕੀਤੇ ਨੇ ਤੁਹਾਡੇ WSIB ਪ੍ਰੀਮੀਅਮ ਦੇ। ਹੁਣ ਇਹਦੇ ਵਿੱਚ ਇਹ ਹੈ ਕਿ ਜਦੋਂ ਵੀ ਕਲੇਮ ਹੁੰਦੇ ਨੇ, ਇੰਪਲੋਇਰ ਨੂੰ ਇਹ ਹੁੰਦਾ ਹੈ, ਮੋਸਟਲੀ ਅਸੀਂ ਇਹ ਸੁਣਦੇ ਕਿ WSIB ਦਾ ਕਲੇਮ ਲੈਣਾ ਬੜਾ ਔਖਾ ਹੈ, ਬਹੁਤ ਹਾਰਡ ਟਾਈਮ ਹੁੰਦਾ ਹੈ, ਕਿਉਂਕਿ WSIB ਦਾ ਕਲੇਮ ਜਦੋਂ ਵੀ ਆਉਂਦਾ ਹੈਗਾ ਡੈਫੀਨੇਟਲੀ ਉਹਦਾ ਇਫੈਕਟ ਜਿਹੜਾ ਇੰਪਲੋਇਰ ਦੇ ਪ੍ਰੀਮੀਅਮ 'ਤੇ ਪੈਣਾ ਹੈ। ਜਦੋਂ ਉਹਦੀ ਪਾਲਿਸੀ ਰੀਨਿਊ ਹੋਣੀ ਹੈਗੀ ਆ, ਉਹਦਾ ਪ੍ਰੀਮੀਅਮ ਵਧਣਾ ਹੈਗਾ। ਜੇ ਜ਼ਿਆਦਾ ਕਲੇਮ ਨੇ ਤਾਂ ਇੰਪਲੋਇਰ ਨੂੰ ਥੋੜ੍ਹਾ ਜਿਹਾ ਪ੍ਰੀਮੀਅਮ ਹਾਈ ਪੇ ਕਰਨਾ ਪੈਣਾ। ਸੋ ਇਸ ਕਰਕੇ WSIB ਦਾ ਪ੍ਰੀਮੀਅਮ ਲੈਣ ਲੱਗਿਆ ਥੋੜ੍ਹੀ ਜਿਹੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈਗੀ ਆ। ਸੋ WSIB ਦੇ ਡਾਕਟਰਸ ਆਪਣੇ ਹੁੰਦੇ ਨੇ, ਉਹ ਇਹ ਨਹੀਂ ਕਿ ਤੁਸੀਂ ਤੁਹਾਡੇ ਫੈਮਿਲੀ ਡਾਕਟਰ ਨੇ ਕਹਿਤਾ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਤਾਂ ਮੰਨ ਲੈਣਗੇ, ਇੱਦਾਂ ਨਹੀਂ ਹੋਣਾ। ਉਹਨਾਂ ਨੇ ਆਪ ਇਨਵੈਸਟੀਗੇਟ ਕਰਨਾ ਕਿ ਤੁਸੀਂ ਸਹੀ 'ਚ ਕੰਮ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਤੁਸੀਂ ਕੋਈ ਅਗਰ ਇਹ ਹੈਵੀ ਕੰਮ ਨਹੀਂ ਕਰ ਸਕਦੇ, ਤੁਸੀਂ ਹਲਕਾ ਕੰਮ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ, ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਬੈਨੀਫਿਟ ਮਿਲਣਾ ਹੈਗਾ ਕਿ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਨਹੀਂ ਹੈਗੇ। ਸੋ ਥੋੜ੍ਹਾ ਜਿਹਾ ਹਾਰਡ ਜ਼ਰੂਰ ਹੁੰਦਾ WSIB ਦਾ ਬੈਨੀਫਿਟ ਲੈਣਾ, ਪਰ ਇਹਦੇ 'ਚ ਇੱਕ ਚੀਜ਼ ਹੋਰ ਹੁੰਦੀ ਹੈ, ਪਰ ਇਹਨੂੰ ਅਬਿਊਜ਼ ਵੀ ਬਹੁਤ ਕੀਤਾ ਗਿਆ ਵੈਸੇ ਕਾਫੀ ਆਪਣੀ ਕਮਿਊਨਿਟੀ 'ਚ ਮੈਂ ਮਹਿਸੂਸ ਕੀਤਾ। ਹਰ ਚੀਜ਼ ਬਹੁਤ ਲੋਕਾਂ ਨੇ ਜਿਹੜਾ WSIB ਨੂੰ ਬਹੁਤ ਜ਼ਿਆਦਾ, ਬਿਲਕੁਲ ਇੰਪਲੋਇਮੈਂਟ ਇੰਸ਼ੋਰੈਂਸ ਨੂੰ ਵੀ WSIB ਨੂੰ, ਕਿਉਂਕਿ ਜਿੰਨੇ ਮਿਸਯੂਜ਼ ਕਰਨਾ ਉਹਨੇ ਹਰ ਚੀਜ਼ ਨੂੰ ਕਰਨਾ ਹੀ ਹੈ। ਔਰ ਕਈ ਵਾਰੀ ਇਸ ਮਿਸਯੂਜ਼ ਦੇ ਚੱਕਰ 'ਚ ਕਈ ਜਿਹੜੇ ਸਹੀ ਬੰਦੇ ਹੁੰਦੇ ਨੇ ਉਹਨਾਂ ਨੂੰ ਵੀ ਕਲੇਮ ਨਹੀਂ ਮਿਲਦਾ ਹੈਗਾ। ਬਟ ਇਹਦੇ ਵਿੱਚ ਇਹ ਹੈ, ਇੱਕ ਐਕਸਟਰਾ ਬੈਨੀਫਿਟ ਹੋਰ ਹੁੰਦਾ ਹੈ ਕਿ ਅਗਰ ਕੰਮ 'ਤੇ ਪਰਸਨ ਦੀ ਡੈਥ ਹੋ ਜਾਂਦੀ ਹੈ ਉਸ ਇੰਜਰੀ ਰਿਲੇਟਡ ਜਾਂ ਕੋਈ ਇਸ ਤਰ੍ਹਾਂ ਦੀ, ਤਾਂ ਅਗਰ ਉਹਨਾਂ ਦੇ ਸਰਵਾਈਵਰ ਨੇ, ਸਪਾਊਸ ਨੇ, ਤਾਂ ਉਹਨਾਂ ਦੇ ਲਈ ਅਗਰ ਬਿਲੋ ਏਜ 40 ਨੇ ਤਾਂ ਆਲਮੋਸਟ $88,000 ਦਾ ਡੈਥ ਬੈਨੀਫਿਟ ਇਨਕਲੂਡ ਹੁੰਦਾ, ਬਿਲਡ ਇਨ ਹੁੰਦਾ। ਇਹਦੇ ਵਿੱਚ ਜੋ ਏਜ ਵੱਧਦੀ ਜਾਂਦੀ ਹੈ, ਜਿਹੜੇ ਤੁਹਾਡੇ ਪਾਰਟਨਰ ਨੇ ਅਗਰ ਉਹਨਾਂ ਦੀ ਏਜ ਜ਼ਿਆਦਾ ਹੈਗੀ, ਬੈਨੀਫਿਟ ਥੋੜ੍ਹਾ ਘੱਟਦਾ ਜਾਂਦਾ ਹੈ, ਬਟ ਇਹ ਸਰਵਾਈਵਰ ਬੈਨੀਫਿਟ WSI ਦੇ ਵਿੱਚ ਬਿਲਡ ਇਨ ਹੁੰਦਾ ਹੈਗਾ। ਸੋ ਇਹ ਟੋਟਲੀ ਕੰਟਰੀਬਿਊਸ਼ਨ ਇੰਪਲੋਇਰ ਦੀ ਹੈ। ਸੋ ਇੰਪਲੋਇਰ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਈ ਵਾਰੀ ਇਹ ਵੀ ਸਟ੍ਰਿਕਟ ਵੀ ਹੋ ਜਾਂਦੇ ਨੇ ਕਿ ਅਸੀਂ ਕਿਹੜੇ ਬੰਦੇ ਨੂੰ ਕਲੇਮ ਦੇਣਾ ਹੈ, ਕਿਹੜੇ ਨੂੰ ਨਹੀਂ ਦੇਣਾ। ਕਈ ਵਾਰੀ ਕੋਈ ਵਰਕ ਪਲੇਸ ਇੰਜਰੀ ਹੁੰਦੀ ਹੈ, ਉਹਨੂੰ ਜਿਹੜਾ ਉਹ ਦੱਸਿਆ ਹੀ ਨਹੀਂ ਜਾਂਦਾ, ਉਹਨੂੰ ਰੈਕਡ 'ਚ ਹੀ ਨਹੀਂ ਰੱਖਿਆ ਜਾਂਦਾ। ਸੋ ਅਗਰ ਕਦੀ ਇਸ ਤਰ੍ਹਾਂ ਪ੍ਰੋਬਲਮ ਆਉਂਦੀ ਹੈ ਦੈਨ ਡੈਫੀਨੇਟਲੀ ਰਾਈਟ ਵੇ ਤੁਸੀਂ, ਅਗਰ ਨਹੀਂ ਤੁਹਾਨੂੰ ਲੱਗ ਰਿਹਾ ਕਿ ਪ੍ਰੋਬਲਮ ਆਈ ਹੈ, ਆਪਣਾ ਐਟਲੀਸਟ ਜਿਹੜਾ ਉਹ ਨੋਟ ਜ਼ਰੂਰ ਕਰਵਾ ਦਿਓ ਕਿ ਤੁਹਾਨੂੰ ਪ੍ਰੋਬਲਮ ਆਈ ਹੈ, ਕਿ ਅਗਰ ਫਿਊਚਰ 'ਚ ਉਹ ਪ੍ਰੋਬਲਮ ਜ਼ਿਆਦਾ ਵੱਧਦੀ ਹੈ ਤਾਂ ਤੁਸੀਂ WSIB 'ਤੇ ਜਾ ਸਕਦੇ ਹੁੰਦੇ ਹੋ, ਜਿਹੜਾ ਕਿ ਤੁਹਾਡਾ ਰਾਈਟ ਵੀ ਹੈਗਾ। ਬਟ ਇਹ ਹੈ ਕਿ ਕਈ ਵਾਰੀ ਉਸ ਚੀਜ਼ ਨੂੰ ਅਸੀਂ ਇਗਨੋਰ ਕਰਦੇ ਹਾਂ ਕਿ ਚਲੋ ਕੋਈ ਨਹੀਂ, ਬੰਦਾ ਮਾੜਾ ਜਿਹਾ ਡਿੱਗਿਆ, ਦੈਟਸ ਫਾਈਨ, ਇਟਸ ਓਕੇ। ਇਨੋਸੈਂਟ ਮਿਸਟੇਕਸ ਜਿਹਨੂੰ ਅਸੀਂ ਕਹਿ ਦਿੰਦੇ ਅਸੀਂ ਕਰਦੇ ਹਾਂ। ਪਰ ਫਿਰ ਵੀ ਜਿਹੜੇ ਜੈਨੂਨ ਕੋਈ ਪ੍ਰੋਬਲਮ ਹੈ ਉੱਥੇ ਤੇ ਪ੍ਰੋਬਲਮ ਨਹੀਂ ਹੈਗੀ, ਜਿੱਥੇ ਲੋਕ ਸਿਰਫ ਇਹਨੂੰ ਮਿਸਯੂਜ਼ ਕਰਦੇ ਨੇ, ਉਹਨਾਂ ਨੂੰ ਪ੍ਰੋਬਲਮ ਹੈ ਜੀ। ਤੇ ਇਹ ਖੈਰ 3 ਤਰ੍ਹਾਂ ਦੀਆਂ ਜਿਹੜੀਆਂ ਕਵਰੇਜ ਨੇ ਜਿਨ੍ਹਾਂ ਦੀ ਆਪਾਂ ਗੱਲ ਕੀਤੀ, ਇਹਦੇ 'ਚ ਇੱਕ 'ਚ ਟੋਟਲੀ ਇੰਪਲੋਇਰ ਦੀ ਕੰਟਰੀਬਿਊਸ਼ਨ ਹੈ, ਇੱਕ 'ਚ ਦੋਵਾਂ ਦੀ ਮਿਕਸ ਹੈ, ਇੱਕ 'ਚ ਸਿਰਫ ਇੰਪਲੋਈ ਦੀ ਹੈ ਜੀ। ਤੇ ਇਹ ਹੁਣ ਕੀ ਕਾਫੀ ਨੇ ਅੱਗੇ, ਕਿਉਂਕਿ ਇਹਦੇ 'ਚ ਨਾਲ ਮੇਰੇ ਕੋਲ ਕੁਝ ਕੁਐਸਚਨ ਵੀ ਆ ਗਏ ਨੇ ਕਿ ਜਿਹੜੇ ਹੁਣ ਜਦੋਂ ਟਰੱਕਿੰਗ ਇੰਡਸਟਰੀ 'ਚ ਕੁਝ ਚੇਂਜਸ ਆਈਆਂ ਨੇ ਜੀ, ਜਦੋਂ ਹੁਣ ਜਿਹੜੇ ਇੱਕ ਪੋਪੂਲਰ ਟਰਮ ਹੈ ਜਿਹਦੇ ਲਈ ਯੂਜ਼ ਕੀਤੀ ਜਾਂਦੀ ਡਰਾਈਵਰ ਇੰਕ ਮਾਡਲ, ਕਿ ਹੁਣ ਕੰਪਨੀਜ਼ ਨੂੰ ਜਿਹੜੇ ਟਰੱਕਰਸ ਨੂੰ ਹੁਣ ਐਜ਼ ਇੰਪਲੋਈ ਕੰਮ ਕਰਨਾ ਪਊਗਾ ਕੰਪਨੀ ਦੇ ਨਾਲ, ਜਿਹੜੇ ਟਰੱਕ ਨਹੀਂ ਓਨ ਕਰਦੇ। ਉਹਦੀ ਕੁਛ ਡੈਫੀਨੇਸ਼ਨਸ ਨੇ ਜਿਹੜੀਆਂ CRA ਨੇ ਕੀਤੀਆਂ ਨੇ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਉਹਦੇ ਨਾਲ ਰਿਲੇਟ ਕਰਕੇ ਇਹਦਾ ਕੀ ਇੰਪੈਕਟ ਪਏਗਾ। ਸੋ ਗੱਲਬਾਤ ਸਾਡੀ ਜਾਰੀ ਹੈ। ਸਿਮਰਨ ਜੀ, ਹੁਣ ਇਹ ਜਿਹੜੀ ਚੇਂਜ ਆ ਰਹੀ ਹੈ, ਥੋੜ੍ਹਾ ਜਿਹਾ ਹੁਣ ਇਹਨੂੰ ਆਪਾਂ ਇਹਦੇ ਨਾਲ ਰਿਲੇਟ ਕਰਨਾ, ਕਿਉਂਕਿ ਸਾਡੀ ਕਮਿਊਨਿਟੀ 'ਚ ਬਹੁਤ ਵੱਡਾ ਸੈਕਸ਼ਨ ਹੈ। ਮੇਰੇ ਕੋਲ ਕੁਛ ਕੁਐਸਚਨਸ ਵੀ ਆਏ ਹੋਏ ਨੇ ਜੀ, ਕਿਉਂਕਿ ਇਹਨਾਂ ਚੀਜ਼ਾਂ ਨੂੰ ਉਹ ਅੰਡਰਸਟੈਂਡ ਕਰਨਾ ਚਾਹੁੰਦੇ ਆ ਜੀ, ਜਿਨ੍ਹਾਂ ਦਾ ਹੁਣ ਸਟੇਟਸ ਚੇਂਜ ਹੋਣਾ ਜੀ, ਜਿਹੜਾ CRA ਦੀ ਉਹਦੇ 'ਚ ਡੈਫੀਨੇਸ਼ਨਸ ਦੇ ਅਕੋਰਡਿੰਗ ਟੂ ਹੁਣ ਉਹਨਾਂ ਨੂੰ ਐਜ਼ ਅ ਇੰਪਲੋਈ ਕੰਮ ਕਰਨਾ ਪਏਗਾ। ਸੋ ਅਗਰ ਤੁਹਾਡੇ ਕੋਲ ਆਪਣਾ ਕੋਈ ਇਕੁਇਪਮੈਂਟ ਨਹੀਂ ਹੈ ਜਾਂ ਤੁਸੀਂ ਟਰੱਕ ਓਨਰਿੰਗ ਕਰ ਰਹੇ ਔਰ ਹੋਰ ਵੀ ਕਾਫੀ ਡਿਟੇਲ ਡੈਫੀਨੇਸ਼ਨ ਹੈ ਉਸ ਚੀਜ਼ ਦੀ, ਸੋ ਉੱਥੇ ਹੁਣ ਤੁਸੀਂ ਐਜ਼ ਅ ਇੰਪਲੋਈ ਕੰਮ ਕਰੋਗੇ। ਇਹ ਨਹੀਂ ਹੈ ਕਿ ਸਿੰਪਲ ਤੁਸੀਂ ਇੱਕ ਡਰਾਈਵਰ ਹੋ ਅਤੇ ਤੁਸੀਂ ਆਪਣੀ ਕੰਪਨੀ ਖੋਲ੍ਹ ਲਈ ਅਤੇ ਉਹਦੇ 'ਚ ਤੁਸੀਂ ਸਾਰੀ ਦੀ ਸਾਰੀ ਪੇਮੈਂਟ ਚੱਕੀ ਗਏ। ਸੋ ਉਹ ਜਿਹੜਾ ਹੈਗਾ ਇਸ ਸਾਲ ਸਿਰਫ ਉਹਨਾਂ ਨੇ ਤੁਹਾਨੂੰ ਵਾਰਨਿੰਗਸ ਦਿੱਤੀਆਂ ਨੇ, ਨੈਕਸਟ ਈਅਰ ਤੋਂ ਉਹਨਾਂ ਨੇ ਸਿੱਧਾ ਕਿਹਾ ਕਿ ਕਾਫੀ ਸਾਰੇ ਫਾਈਨਸ ਲੱਗਣਗੇ ਕੰਪਨੀਜ਼ ਨੂੰ ਵੀ।
ਜਿਹੜੇ ਇਸ ਤਰ੍ਹਾਂ ਡਰਾਈਵਰਸ ਨੂੰ ਹਾਇਰ ਕਰਨਗੇ। ਸੋ ਉੱਥੇ ਹੁਣ ਜਦੋਂ ਤੁਸੀਂ ਇੰਪਲੋਈ ਕੈਟਾਗਰੀ 'ਚ ਜਾਓਗੇ, ਸੇਮ ਜਿਹੜੇ ਬੈਨੀਫਿਟਸ ਜਿਨ੍ਹਾਂ ਦੀ ਅਸੀਂ ਗੱਲ ਕੀਤੀ ਹੈ, WSIB, EI, CPB, ਉਹ ਤੁਹਾਨੂੰ ਕਟਵਾਉਣੇ ਪੈਣੇ ਨੇ, ਤੁਹਾਡੇ ਚੈੱਕ ਦੇ ਵਿੱਚੋਂ ਕੱਟੇ ਜਾਣਗੇ। ਔਰ ਇਹਦੇ ਦੋਨੋਂ ਪੱਖ ਨੇ। ਜੇ ਅਸੀਂ ਕਹੀਏ ਫਾਇਦਾ ਵੀ ਹੈ ਕਿਉਂਕਿ ਉੱਥੇ ਤੁਹਾਨੂੰ ਵਕੇਸ਼ਨ ਪੇ ਮਿਲਣਗੀਆਂ, ਉੱਥੇ ਤੁਹਾਨੂੰ ਜਿਹੜੇ ਨੇ ਐਕਸਟਰਾ ਬੈਨੀਫਿਟਸ ਜੋ ਵੀ ਕੰਪਨੀ ਵੱਲੋਂ ਦਿੱਤੇ ਜਾਂਦੇ ਨੇ, ਜਾਂ ਤੁਹਾਡੇ ਲੌਂਗ ਵੀਕਐਂਡਸ ਨੇ, ਅਗਰ ਤੁਸੀਂ ਓਵਰ ਟਾਈਮ ਕੰਮ ਕਰ ਰਹੇ ਹੋ ਤੁਹਾਨੂੰ ਸਾਰੇ ਪੇ ਹੋਣਗੇ, ਬੈਨੀਫਿਟਸ ਡੈਫੀਨੇਟਲੀ ਤੁਹਾਨੂੰ ਮਿਲਣਗੇ। ਜਿਹੜੇ ਨੁਕਸਾਨ ਨੇ ਉਹ ਵੀ ਚਲੋ ਹੋਣੇ ਨੇ, ਜਿਹੜੇ ਟੈਕਸ ਨਾਲ ਰਿਲੇਟਡ ਨੇ ਉਹ ਵੀ ਤੁਹਾਨੂੰ ਹੋਣੇ ਨੇ, ਬਟ ਇਹ ਜਿਹੜੇ ਤੁਸੀਂ ਕਟਵਾਣੇ ਨੇ ਬੈਨੀਫਿਟ ਸਟਿਲ ਤੁਹਾਨੂੰ ਇਹ ਇਨਫ ਨਹੀਂ ਹੈਗੇ ਜੇ ਅਸੀਂ ਟਰੱਕਿੰਗ ਇੰਡਸਟਰੀ ਦੀ ਗੱਲ ਕਰ ਰਹੇ ਹੈਗੇ ਹਾਂ। ਦੇਖੋ ਪਹਿਲਾਂ ਤਾਂ ਇਹ ਵੀ ਇੱਕ ਸਟੈਪ ਹੈ ਕਿ ਸੈਲਫ ਇੰਪਲੋਇਡ ਨਾਲੋਂ ਜੀ ਇਹ ਪ੍ਰੋਟੈਕਸ਼ਨਸ ਹੈਗੀਆਂ, ਜੀ ਬਿਲਕੁਲ ਕਵਰੇਜ ਹੈਗੀ ਹੈ, ਬਿਲਕੁਲ ਇਹ ਠੀਕ ਹੈ ਕਿ ਉਹ ਜਿਹੜੇ ਟੈਕਸ ਬਚਾਉਂਦੇ ਸੀ ਜੀ ਉਸ ਤੋਂ ਉਹ ਬੱਚਤ ਕਰ ਲਿਆ, ਪਰ ਨਾਲ ਇਹ ਬੈਨੀਫਿਟ ਵੀ ਤਾਂ ਮਿਲ ਰਹੇ ਨੇ ਜੀ। ਪਹਿਲਾਂ ਤਾਂ ਇਹਨੂੰ ਜੇ ਇੱਕ ਕੈਲਕੂਲੇਸ਼ਨ ਬਰਾਬਰ ਰੱਖ ਕੇ ਕਰਨੀਆਂ ਚਾਹੀਦੀਆਂ, ਬਿਲਕੁਲ ਜੀ ਬਿਲਕੁਲ। ਤੇ ਫਿਰ ਹੁਣ ਅਗਲਾ ਸਵਾਲ ਆਉਂਦਾ ਕਿ ਕੀ ਇਹ ਜਿਹੜੀਆਂ ਕਵਰੇਜਸ ਨੇ ਇੰਪਲੋਈਜ਼ ਵਾਸਤੇ ਵੀ ਕੀ ਇਹ ਕਾਫੀ ਹੁੰਦੀਆਂ ਨੇ ਕਿ ਜਾਂ ਹੋਰ ਐਡੀਸ਼ਨਲ ਕਵਰੇਜ ਦੀ ਵੀ ਲੋੜ ਹੋ ਸਕਦੀ ਹੈ? ਡੈਫੀਨੇਟਲੀ, ਕਿਉਂਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ ਫੋਰ ਐਗਜ਼ਾਮਪਲ ਇੰਪਲੋਇਮੈਂਟ ਇੰਸ਼ੋਰੈਂਸ ਦੀ, ਅਗਰ ਇੰਪਲੋਇਮੈਂਟ ਇੰਸ਼ੋਰੈਂਸ 112 ਦਿਨ ਕਵਰ ਕਰ ਰਹੀ ਹੈ, ਉਸ ਤੋਂ ਬਾਅਦ ਦਾ ਸਾਡੇ ਕੋਲ ਬੈਨੀਫਿਟ ਨਹੀਂ ਹੈਗਾ। ਹੁਣ ਅਗਰ ਕਿਸੇ ਪਰਸਨ ਨੂੰ ਕੋਈ ਮੇਜਰ ਹੈਲਥ ਇਸ਼ੂ ਆ ਗਿਆ, ਮੰਨ ਲਓ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਗਈ ਜਾਂ ਕੋਈ ਕੈਂਸਰ ਦੀ ਪ੍ਰੋਬਲਮ ਆ ਗਈ ਜਿਹਦਾ ਟਰੀਟਮੈਂਟ 6 ਮਹੀਨੇ ਸਾਲ ਚੱਲਣਾ ਹੈਗਾ, ਤਾਂ ਉੱਥੇ EI ਦਾ ਬੈਨੀਫਿਟ ਤੁਹਾਡਾ ਇਨਫ ਨਹੀਂ ਹੈਗਾ। 112 ਦਿਨ ਉਹਨਾਂ ਨੇ ਤੇ ਕਵਰ ਕਰ ਦੇਣਾ, ਉਸ ਤੋਂ ਬਾਅਦ ਨਾ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੀਆਂ ਪ੍ਰੋਲੋਂਗ ਡਿਸੇਬਿਲਿਟੀ 'ਚ ਆਉਣੀਆਂ ਹੈਗੀਆਂ ਨੇ। ਸੋ ਉੱਥੇ ਅਗਰ ਤੁਸੀਂ ਘਰ ਬੈਠ ਗਏ ਤਾਂ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਣਾ। ਤਾਂ ਉੱਥੇ ਅਗਰ ਤੁਹਾਡੇ ਕੋਲ ਕੋਈ ਐਕਸਟਰਾ ਕਵਰੇਜਸ ਹੈਗੀਆਂ ਨੇ ਉੱਥੋਂ ਤੁਸੀਂ ਬੈਨੀਫਿਟ ਲਓਗੇ ਤੇ ਡੈਫੀਨੇਟਲੀ ਹੈ ਕਿ ਆਪਣੇ ਜਿਹੜੇ ਖਰਚੇ ਨੇ ਉਹ ਚੱਲਦੇ ਰਹਿਣਗੇ। ਅਦਰਵਾਈਜ਼ ਤੇ ਫਿਰ ਸਾਨੂੰ ਪਤਾ ਹੀ ਹੈ ਅੱਜ ਦੇ ਜੋ ਵੀ ਹਾਲਾਤ ਨੇ, ਸਾਡੇ ਐਕਸਪੈਂਸ ਕਿਸ ਤਰ੍ਹਾਂ ਦੇ ਨੇ, ਕਿੰਨੇ ਸਾਡੇ ਮੌਰਗੇਜਸ ਹੈਗੀਆਂ ਨੇ, ਉਹਨਾਂ ਚੀਜ਼ਾਂ ਨੂੰ ਆਪਾਂ ਕਵਰ ਕਿੱਦਾਂ ਕਰਨਾ ਹੈ। ਦੂਸਰੀ ਚੀਜ਼ ਜਿਹੜੀ WSIB ਵੀ ਹੈ, WSIB ਦੇ ਵਿੱਚ ਉਹ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਕਲੇਮ ਵੇਲੇ ਹਾਰਡ ਹੁੰਦਾ ਥੋੜ੍ਹਾ ਜਿਹਾ, ਔਰ ਅਗਰ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਹੈਵੀ ਜੋਬ ਨਹੀਂ ਕਰ ਸਕਦੇ, ਲਾਈਟ ਜੋਬ ਕਰੋ ਜਾਂ ਤੁਹਾਡੇ ਆਵਰ ਘਟਾ ਦਿੱਤੇ, ਸੋ ਉਹਦੇ ਹਿਸਾਬ ਨਾਲ ਡਿਸੇਬਿਲਿਟੀ ਨੇ ਜਿਹੜੀ WSIB ਹੈ ਉਹਨੇ ਵੀ ਤੁਹਾਨੂੰ ਪ੍ਰੋਪਰ ਕਵਰ ਨਹੀਂ ਕਰਨਾ। ਦੂਸਰਾ, ਜੇ ਹੁਣ ਸੱਟ ਜਿਹੜੀ ਕੰਮ 'ਤੇ ਨਹੀਂ ਲੱਗੀ, ਜੇ ਤੁਸੀਂ ਘਰ ਹੋ, ਕਿਉਂਕਿ WSIB ਤੁਹਾਨੂੰ 24 ਆਵਰ ਕਵਰ ਨਹੀਂ ਕਰਦੀ। ਹੁਣ ਅਗਰ ਰੋਡ ਦੇ ਉੱਤੇ ਕੋਈ ਪ੍ਰੋਬਲਮ ਆ ਗਈ ਜਾਂ ਘਰ ਬੰਦੇ ਨੂੰ ਕੋਈ ਸਲਿਪ ਐਂਡ ਫਾਲ ਹੋ ਗਿਆ, ਉੱਥੇ WSIB ਨੇ ਤੁਹਾਨੂੰ ਕਵਰ ਨਹੀਂ ਕਰਨਾ। ਸੋ ਇਹ ਲਿਮਿਟਿਡ ਚੀਜ਼ਾਂ ਨੇ। ਔਰ CPP ਤੇ ਵੈਸੇ ਜਿਹੜਾ ਡਿਸੇਬਿਲਿਟੀ ਬੈਨੀਫਿਟ ਹੈ ਉਹ ਬੜਾ ਹਾਰਡ ਹੈ, ਉਹਦੇ ਲਈ ਬਹੁਤ ਸਟਰੋਂਗ ਡੈਫੀਨੇਸ਼ਨ ਚਾਹੀਦੀ, ਉਹਦੇ ਲਈ ਤੁਸੀਂ ਕੁਆਲੀਫਾਈ ਨਹੀਂ ਕਰਦੇ ਹੈਗੇ। ਹੁਣ ਜਿਹੜੇ ਟਰੱਕਿੰਗ ਇੰਡਸਟਰੀ ਵਾਲੇ ਪਰਸਨ ਇੱਕਦਮ ਜਦੋਂ ਹੁਣ ਤੁਸੀਂ ਇੰਪਲੋਈ ਬਣੋਗੇ, ਪਹਿਲੀ ਤਾਂ ਗੱਲ ਤੁਹਾਡੇ ਪਹਿਲਾਂ 600 ਆਵਰਸ ਹੋਣੇ ਚਾਹੀਦੇ ਨੇ ਬੈਨੀਫਿਟਸ ਲੈਣ ਦੇ ਲਈ। EI ਦੇ ਬੈਨੀਫਿਟਸ ਦੀ ਜਦੋਂ ਗੱਲ ਕਰ ਰਹੇ ਹੈਗੇ ਆਪਾਂ, WSIB ਸੇਮ, ਤੁਸੀਂ ਆਪਣਾ ਕੰਮ ਤੇ ਕਵਰ ਹੋ, ਘਰ ਕਵਰ ਨਹੀਂ ਹੈਗੇ। CPP ਅਗੇਨ ਉਹਦੀ ਡਿਸੇਬਿਲਿਟੀ ਡੈਫੀਨੇਸ਼ਨ ਬੜੀ ਸਟਰੋਂਗ ਹੋ ਜਾਣੀ ਹੈ। ਅਗਰ ਆਪਾਂ ਨੂੰ ਕੋਈ ਇੱਦਾਂ ਦੀ ਸੱਟ ਲੱਗ ਗਈ ਜਾਂ ਇੱਦਾਂ ਦੇ ਬਿਮਾਰ ਹੋ ਗਏ ਕਿ ਅਸੀਂ ਸਾਲ ਇੱਕ ਘਰ ਬੈਠੇ ਪਏ ਹਾਂ, ਅਤੇ ਇਹ ਜਿਹੜੇ ਬੈਨੀਫਿਟ ਤੁਹਾਨੂੰ ਗਵਰਨਮੈਂਟ ਵੱਲੋਂ ਜਾਂ ਕੰਮ ਵੱਲੋਂ ਮਿਲ ਰਹੇ ਨੇ ਤਾਂ ਇਨਫ ਨਹੀਂ ਹੈਗੇ, ਉੱਥੇ ਤੁਹਾਨੂੰ ਐਕਸਟਰਾ ਬੈਨੀਫਿਟ ਦੀ ਜ਼ਰੂਰਤ ਪੈਣੀ ਹੀ ਪੈਣੀ ਹੈ। ਬਟ ਹੁਣ ਇਹ ਹੈ ਕਿ ਟਰੱਕਿੰਗ ਇੰਡਸਟਰੀ ਨੂੰ ਕਿਉਂਕਿ ਪਹਿਲਾਂ ਤਾਂ ਚਲੋ ਡਿਸੇਬਿਲਿਟੀ ਪਾਲਿਸੀਜ਼ ਆਪਣੀ ਅਲੱਗ ਤੋਂ ਲੈਂਦੇ ਹੀ ਸੀਗੇ, ਹੁਣ ਅਗਰ ਉਹ ਡਿਸੇਬਿਲਿਟੀ ਪਾਲਿਸੀਜ਼ ਵੀ ਅਲੱਗ ਤੋਂ ਲੈਂਦੇ ਨੇ ਆਪਣੀਆਂ ਔਰ ਆਪਣੀ ਜੋਬ ਤੋਂ ਕਵਰੇਜਸ ਵੀ ਲੈਂਦੇ ਨੇ, ਡੈਫੀਨੇਟਲੀ ਥੋੜ੍ਹਾ ਜਿਹਾ ਐਕਸਟਰਾ ਉਹਨਾਂ ਨੂੰ ਖਰਚਾ ਪਏਗਾ ਔਰ ਉਹਨਾਂ ਦੀ ਇਨਕਮ 'ਤੇ ਵੀ ਇਫੈਕਟ ਪੈਣਾ ਹੈਗਾ ਇਸ ਚੀਜ਼ ਦਾ, ਕਿਉਂਕਿ ਟੈਕਸਿਸ ਉਹਨਾਂ ਨੂੰ ਨਾਲ ਦੀ ਨਾਲ ਦੇਣੇ ਪੈਣੇ ਹੈਗੇ ਨੇ। ਸੋ ਨੁਕਸਾਨ ਦੇ ਨਾਲ ਨਾਲ ਫਾਇਦੇ ਵੀ ਨੇ, ਦੋਨੋਂ ਚੀਜ਼ਾਂ ਉਹਨਾਂ ਦੇ ਆਉਣੀਆਂ ਨੇ, ਬੈਲੈਂਸ ਆਊਟ ਜਿਸ ਤਰ੍ਹਾਂ ਮਰਜ਼ੀ ਕਰਨ। ਉਸ ਟੌਪਿਕ 'ਤੇ ਨਾ ਸਾਡੀ ਐਕਸਪਰਟੀਜ਼ ਹੈ, ਨਾ ਅਸੀਂ ਗੱਲ ਕਰ ਰਹੇ ਹਾਂ ਕਿ ਇਹਦੇ 'ਚ, ਪਰ ਇਹ ਹੈ ਕਿ ਚੇਂਜ ਹੋਣੀ ਹੋ ਚੁੱਕੀ ਆ ਜੀ। ਇਹਦੇ 'ਚ ਇੰਨਾ ਕਹਿ ਕੇ ਸਾਰਿਆਂ ਨੂੰ ਇਹ ਕੰਸੀਡਰ ਕਰਨਾ ਪਊਗਾ ਕੀ ਮੈਨੂੰ ਮਿਲ ਰਿਹਾ, ਕੀ ਮੈਂ ਗਵਾ ਰਿਹਾ, ਬਿਲਕੁਲ ਜੀ, ਤੇ ਜਿਹੜਾ ਮੈਨੂੰ ਮਿਲ ਰਿਹਾ ਕੀ ਉਹ ਮੇਰੇ ਲਈ ਕਾਫੀ ਹੈ ਜਾਂ ਮੈਨੂੰ ਕੁਝ ਹੋਰ ਐਡੀਸ਼ਨਲ ਲੈਣ ਦੀ ਜ਼ਰੂਰਤ ਹੈ। ਡੈਫੀਨੇਟਲੀ, ਕਿਉਂਕਿ ਹੁਣ ਟਾਈਮ ਇਸ ਤਰ੍ਹਾਂ ਦਾ ਸ਼ਮੀਲ, ਜੇ ਅਸੀਂ ਕਹੀਏ ਕਿ ਅਸੀਂ ਫੁੱਲੀ ਕਵਰ ਹੈਗੇ ਹਾਂ ਆਪਣੀ ਜੋਬ ਤੋਂ, ਤੇ ਨਹੀਂ ਹੋ ਤੁਸੀਂ, ਨਾ ਤਾਂ ਤੁਸੀਂ ਜੋਬ ਤੋਂ ਕਵਰ ਹੋ। ਜਦੋਂ ਤੁਸੀਂ ਆਪਣੇ ਕੋਲ ਐਕਸਟਰਾ ਬੈਨੀਫਿਟ ਰੱਖਦੇ ਹੋ, ਜਦੋਂ ਕੋਈ ਤੁਸੀਂ ਐਕਸਟਰਾ ਕਵਰੇਜਸ ਲੈਂਦੇ ਹੈਗੇ ਹੋ, ਪੈਸੇ ਜ਼ਰੂਰ ਤੁਹਾਨੂੰ ਦੇਣੇ ਪੈਂਦੇ ਨੇ, ਬਟ ਇਹ ਹੈ ਕਿ ਜਦੋਂ ਜ਼ਰੂਰਤ ਪੈਂਦੀ ਹੈ ਤੁਹਾਨੂੰ ਉਦੋਂ ਕੰਮ ਵੀ ਆਉਂਦੇ ਨੇ। ਸੋ ਇਹ ਕਈ ਵਾਰੀ ਸਾਨੂੰ ਇਹ ਖਰਚਾ ਲੱਗ ਰਿਹਾ ਹੁੰਦਾ ਕਿ ਹੁਣ ਅਸੀਂ ਕਿੰਨੇ ਕੁ ਪੈਸੇ ਖਰਚੀ ਜਾਈਏ, ਅਸੀਂ ਇੱਧਰ ਵੀ ਕਟਵਾ ਰਹੇ ਹਾਂ, ਅਸੀਂ ਉੱਧਰ ਵੀ ਕਟਵਾ ਰਹੇ ਹੈਗੇ ਹਾਂ, ਬਟ ਜਦੋਂ ਪ੍ਰੋਬਲਮ ਆਉਣੀ ਹੈਗੀ ਹੈ ਉਦੋਂ ਤੁਹਾਡੇ ਕੋਲ ਅਗਰ ਕੋਈ ਆਪਸ਼ਨ ਹੈ ਹੀ ਨਹੀਂ ਹੈ, ਤੁਸੀਂ ਆਪਣੇ ਕੋਲ ਐਕਸਟਰਾ ਕਵਰੇਜਸ, ਕੋਈ ਐਕਸਟਰਾ ਡਿਸੇਬਿਲਿਟੀ, ਐਕਸਟਰਾ ਕ੍ਰਿਟੀਕਲ ਇਲਨੈਸ ਕੁਛ ਨਹੀਂ ਲਿਆ ਹੋਇਆ, ਤਾਂ ਜਸਟ ਇਮੈਜਿਨ ਕਿ ਅੱਜ ਦੇ ਟਾਈਮ 'ਚ ਤੁਸੀਂ ਖਰਚੇ ਚਲਾਉਣੇ ਕਿੱਦਾਂ ਨੇ। ਹੁਣ EI ਦੇ ਵਿੱਚ ਤੁਹਾਡੀ ਇਨਕਮ 55% ਹੈ। ਮੰਨ ਲਓ ਕਿ ਬੰਦਾ 2000 ਬਣਾ ਰਿਹਾ ਸੀ ਤਾਂ ਉਹਨੂੰ 55% ਮਿਲਣਾ, ਤਾਂ 55% ਦਾ ਤਾਂ ਸਿੱਧਾ ਗੈਪ ਪੈ ਗਿਆ।
ਹੁਣ ਜਿਹੜਾ ਉਹ ਗੈਪ ਪੈ ਗਿਆ 55% ਤੁਹਾਨੂੰ ਮਿਲੀ ਹੈ, ਤਾਂ ਜਿਹੜਾ 45% ਤੁਹਾਡੀ ਇਨਕਮ ਨੂੰ ਕੱਟ ਲੱਗਾ ਹੈਗਾ ਉਹ ਕਵਰ ਤੁਸੀਂ ਕਿੱਦਾਂ ਕਰਨਾ? ਖਰਚੇ ਤਾਂ ਸਾਡੇ ਉਹਦੇ ਹਿਸਾਬ ਨਾਲ ਹੈ ਜਿਸ ਹਿਸਾਬ ਨਾਲ ਸਾਡੀ ਇਨਕਮ ਆ ਰਹੀ ਹੈ, ਤਾਂ ਉਸ ਚੀਜ਼ ਨੂੰ ਕਵਰ ਅਪ ਕਰਨ ਦੇ ਲਈ ਤੁਹਾਨੂੰ ਐਕਸਟਰਾ ਕਵਰੇਜਸ ਬੈਨੀਫਿਟ ਲੈਣ ਦੀ ਜ਼ਰੂਰਤ ਹੈਗੀ ਹੈ। ਚਾਹੇ ਛੋਟੀ ਛੋਟੀ ਪਲਾਨ ਲੈ ਕੇ ਆਪਣੇ ਆਪ ਨੂੰ ਕਵਰ ਕਰੋ, ਬਟ ਡੈਫੀਨਿਟਲੀ ਤੁਹਾਨੂੰ ਜ਼ਰੂਰਤ ਹੈ। ਇਹ ਨਾ ਸੋਚੋ ਕਿ ਅਸੀਂ ਕਵਰ ਆ। ਸੋ ਇਹ ਚੀਜ਼ਾਂ ਅਵੇਲੇਬਲ ਨੇ ਬਿਲਕੁਲ, ਤੇ ਇਹ ਜਿਹੜਾ ਇੰਸ਼ੋਰੈਂਸ ਇੰਡਸਟਰੀ 'ਚ ਇਸ ਤਰ੍ਹਾਂ ਦੀਆਂ ਕਵਰੇਜਸ ਅਵੇਲੇਬਲ ਨੇ। ਆਪੋ ਆਪਣੀ ਸਿਚੁਏਸ਼ਨ ਮੁਤਾਬਕ ਇਹਨਾਂ ਦੀ ਹਰ ਕੋਈ ਸਟੱਡੀ ਕਰ ਸਕਦਾ ਜੀ। ਪਰ ਬਿਨਾਂ ਸ਼ੱਕ ਜਿਹੜਾ ਕਿਉਂਕਿ ਇੱਕ ਚੀਜ਼ ਮੈਂ ਮਹਿਸੂਸ ਕਰਦਾ ਜੀ, ਜਿਹੜਾ ਲਾਈਫ ਸਟਾਈਲ ਵੀ ਕੋਈ ਚੀਜ਼ ਹੈ ਜੀ। ਬਿਲਕੁਲ, ਮੇਰਾ ਪੈਸਾ ਕਮਾਉਣਾ ਹੀ ਨਹੀਂ ਹੈ। ਜੇ ਤੁਸੀਂ ਪੈਸਾ ਕਮਾਉਂਦੇ ਬਿਮਾਰ ਹੋ ਗਏ, ਜਾਂ ਜੇ ਤੁਸੀਂ 15-20 ਘੰਟੇ ਕੰਮ ਕਰਕੇ ਪੈਸਾ ਕਮਾਇਆ ਵੱਧ ਜੀ, ਤੇ ਇਹ ਚੀਜ਼ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਥੋੜ੍ਹਾ ਜਿਹਾ ਕੰਸੀਡਰ ਕਰਨੀ ਚਾਹੀਦੀ ਹੈ। ਬਿਲਕੁਲ, ਕਿਉਂਕਿ ਸ਼ਮੀਲ ਜੀ ਲਾਈਫ ਹੈ ਕਿੰਨੀ 60, 70, 80 ਸਾਲ ਔਨ ਐਵਰੇਜ ਅਗਰ ਅਸੀਂ ਦੇਖਦੇ ਹੈਗੇ ਆ, ਉਹਦੇ 'ਚੋਂ ਪਹਿਲੇ 20 ਸਾਲ ਵੈਸੇ ਸਾਨੂੰ ਸਮਝ ਨਹੀਂ ਹੁੰਦੀ, ਤਾਂ ਪਿੱਛੇ ਜਿਹੜੇ 30-40 ਸਾਲ ਹੁੰਦੇ ਅਸਲ 'ਚ ਲਾਈਫ ਉਹ ਹੁੰਦੀ ਹੈ। ਬਟ ਅਸੀਂ ਮੋਸਟਲੀ ਉਹ ਲਾਈਫ ਨੂੰ ਕੰਮ ਦੇ ਹਿਸਾਬ ਨਾਲ ਕੀ ਓਕੇ ਠੀਕ ਹੈ 18 ਘੰਟੇ ਲਗਾ ਲਏ, 20 ਘੰਟੇ ਲਗਾ ਲਏ, ਅਸੀਂ ਉਹਦੇ 'ਚ ਕਈ ਵਾਰੀ ਖਰਾਬ ਕਰ ਦਿੰਦੇ ਹਾਂ। ਸੋ ਲਾਈਫ ਨੂੰ ਇੰਜੋਏ ਵੀ ਕਰੋ, ਆਪਣੇ ਆਪ ਨੂੰ ਫੁੱਲੀ ਪ੍ਰਪੇਅਰ ਰੱਖੋ ਹਰ ਚੀਜ਼ ਦੇ ਲਈ, ਪਲਾਨ ਕਰਕੇ ਲਾਈਫ ਨੂੰ ਚਲੋ ਇੰਜੋਏ ਕਰੋ, ਕਿਉਂਕਿ ਇਹ ਨਹੀਂ ਹੈਗਾ ਕਿ ਅਸੀਂ ਇੱਥੇ ਕੋਈ ਸਦੀਆਂ ਬੈਠੇ ਰਹਿਣਾ ਹੈਗਾ। ਸੋ ਮੇਰੇ ਹਿਸਾਬ ਨਾਲ ਲਿਮਿਟਡ ਹਰ ਚੀਜ਼ ਲਿਮਿਟ 'ਚ ਹੋਣੀ ਜ਼ਰੂਰੀ ਹੈ। ਔਰ ਸਾਡੀ ਕਮਿਊਨਿਟੀ 'ਚ ਜਿਹੜਾ ਟਰੱਕਿੰਗ ਵਾਲਾ ਸੈਕਟਰ ਹੈ ਉਹਦੇ 'ਚ ਡੈਫੀਨੇਟਲੀ, ਕਿਉਂਕਿ ਜਿਹੜੇ ਲੋਕ ਹੈਲਥ ਦੀ ਸਟੱਡੀ ਕਰਦੇ ਨੇ ਉਹਨਾਂ ਦਾ ਵੀ ਮੰਨਣਾ ਕਿ ਹੈਲਥ ਇਸ਼ੂਜ਼ ਬਹੁਤ ਨੇ। ਬਿਲਕੁਲ, ਔਰ ਸਭ ਤੋਂ ਜ਼ਿਆਦਾ ਬੈਕ ਪੇਨ ਦੀ ਪ੍ਰੋਬਲਮ ਬਹੁਤ ਕਾਮਨ ਹੈ। ਔਰ ਮੈਂ ਇਸ ਤਰ੍ਹਾਂ ਦੇ ਕਲਾਇੰਟਸ ਦੇਖੇ ਨੇ ਕਿ ਬੈਠ ਨਹੀਂ ਹੁੰਦਾ, ਚੱਲ ਨਹੀਂ ਹੁੰਦਾ, ਫਿਰ ਉਹ ਇੰਨੀ ਵਰਸ ਸਿਚੁਏਸ਼ਨ 'ਚ ਆ ਜਾਂਦੇ ਕਿ ਹਾਰ ਕੇ ਘਰ ਬੈਠਣਾ ਪੈ ਜਾਂਦਾ, ਕਿਉਂਕਿ ਸਿਟਿੰਗ ਇੰਨੀ ਲੰਬਾ ਟਾਈਮ ਤੁਸੀਂ ਸਿਟਿੰਗ ਕਰ ਰਹੇ ਹੈਗੇ ਹੋ। ਸੋ ਹੈਲਥ ਇਸ਼ੂਜ਼ ਆਉਂਦੇ ਨੇ ਡੈਫੀਨੇਟਲੀ। ਇਹ ਕੋਈ ਕੁਐਸਚਨ ਹੈਗਾ, ਇਹ ਜਾਣਨਾ ਚਾਹੁੰਦੇ ਆ ਕਿ ਜੀ ਕ੍ਰਿਟੀਕਲ ਇੰਸ਼ੋਰੈਂਸ ਫਰਮ ਪੇਰੋਲ। ਜੀ, ਇਹ ਗੱਲ ਕਰ ਰਹੇ ਨੇ ਜਿਨ੍ਹਾਂ ਨੂੰ ਜੌਬ ਤੋਂ ਐਕਸਟਰਾ ਬੈਨੀਫਿਟਸ ਹੁੰਦੇ ਨੇ, ਗਰੁੱਪ ਪਲਾਨਸ ਹੁੰਦੇ ਨੇ, ਜਿਸ ਤਰ੍ਹਾਂ ਜਿਹਦੇ ਵਿੱਚ ਉਹਨਾਂ ਕੋਲ ਡੈਂਟਲ, ਹੈਲਥ, ਕ੍ਰਿਟੀਕਲ, ਲਾਈਫ ਇੰਸ਼ੋਰੈਂਸ ਹੁੰਦੀ ਹੈ। ਸੋ ਇਹਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ ਦੱਸਦਾ ਕਿ ਜਿਹੜੀ ਤੁਹਾਡੀ ਗਰੁੱਪ ਪਲਾਨਸ ਹੁੰਦੇ ਨੇ ਨਾ, ਮੋਸਟਲੀ ਜਿਹੜੀ ਤੇ ਉਹਦੇ 'ਚ ਕ੍ਰਿਟੀਕਲ ਇਲਨੈਸ ਹੋਏਗੀ, ਉਹਦੇ 'ਚ ਮੇਜਰ 4 ਡਿਜ਼ੀਜ਼ ਕਵਰ ਹੁੰਦੀਆਂ ਨੇ। ਸੋ ਉਹਦੇ 'ਚ 25 ਡਿਜ਼ੀਜ਼ ਕਵਰ ਨਹੀਂ ਹੁੰਦੀਆਂ। ਦੂਸਰੀ ਚੀਜ਼, ਉਹਦੇ 'ਚ ਇੱਕ ਲਿਮਿਟਡ ਕਵਰੇਜ ਹੁੰਦੀ ਹੈ ਜਦੋਂ ਤੱਕ ਤੁਸੀਂ ਕੰਮ ਕਰ ਰਹੇ ਹੋ ਉੱਥੇ। ਪਲੱਸ ਜੇ ਉਹਦੇ 'ਚ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਵੀ ਹੈਗੀ ਹੈ, ਅਤੇ ਉਹ ਹੁੰਦੀ ਹੈ ਤੁਹਾਡੀ ਸਾਲ ਦੀ 1 ਟਾਈਮ ਸੈਲਰੀ ਜਾਂ 2 ਟਾਈਮ, ਜਿੰਨੀ ਵੀ ਤੁਸੀਂ ਸਾਲ ਦੀ ਸੈਲਰੀ ਬਣਾਇਓ। ਸੋ ਉਹਦੇ 'ਚੋਂ ਲਿਮਿਟੇਸ਼ਨਸ ਹੁੰਦੀਆਂ ਨੇ। ਇਹ ਨਹੀਂ ਹੈ ਕਿ ਤੁਸੀਂ ਫੁੱਲੀ ਕਵਰ ਹੋ, ਕਿ ਹੁਣ ਚਲੋ ਠੀਕ ਹੈ ਤੁਹਾਡੇ ਕੋਲ 25,000 ਜਾਂ 50,000 ਦੀ ਕ੍ਰਿਟੀਕਲ ਇਲਨੈਸ ਦੀ ਪਾਲਿਸੀ ਹੈਗੀ ਵੀ ਹੈ, ਪਰ ਅਗਰ ਤੁਹਾਨੂੰ ਪ੍ਰੋਬਲਮ ਹੀ ਉਹਨਾਂ 4 ਡਿਜ਼ੀਜ਼ ਤੋਂ ਬਾਹਰਲੀ ਆ ਗਈ, ਕਿਉਂਕਿ ਮੇਨ ਚੀਜ਼ ਇਹ ਹੈ ਸ਼ਮੀਲ ਜੀ ਕਿ ਅਸੀਂ ਕਿਹੜਾ ਪੇਪਰ ਪੜ੍ਹੇ ਨੇ। ਸਭ ਤੋਂ ਵੱਡੀ ਪ੍ਰੋਬਲਮ ਇਹ, ਸਾਨੂੰ ਪਤਾ ਸਾਨੂੰ ਬੈਨੀਫਿਟ ਮਿਲ ਗਏ, ਉਹ ਬੁੱਕਲੈਟ ਅਸੀਂ ਲਈ, ਸਾਡੇ ਕੋਲ ਬੈਨੀਫਿਟ ਹੈਗੇ ਨੇ, ਉਹ ਬੁੱਕਲੈਟ ਬੰਦ ਹੈ। ਮੈਨੂੰ ਨਹੀਂ ਲੱਗਦਾ ਕਿ 100 ਦੇ ਵਿੱਚੋਂ 30% ਲੋਕ ਵੀ ਉਸ ਬੁੱਕ ਨੂੰ ਖੋਲ੍ਹ ਕੇ ਦੇਖਦੇ ਨੇ ਕਿ ਵਿੱਚ ਹੈ ਕੀ ਹੈ। ਬਟ ਇੰਨਾ ਹੁੰਦਾ ਕਿ ਅੱਛਾ ਸਾਡੇ ਕੋਲ ਕੰਮ ਤੋਂ ਕਵਰੇਜ ਹੈ, ਅਸੀਂ ਫੁੱਲੀ ਕਵਰ ਹਾਂ। ਸਾਡੇ ਮਨ ਦੇ ਵਿੱਚ ਇਹ ਚੀਜ਼ ਬਣੀ ਹੈ ਕਿ ਬੈਨੀਫਿਟ ਮਿਲ ਗਈ, ਅਸੀਂ ਫੁੱਲੀ ਕਵਰ ਹਾਂ, ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਤੁਸੀਂ ਬੁੱਕਲੈਟ ਖੋਲ੍ਹ ਕੇ ਦੇਖਦੇ ਹੈਗੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਉਹਦੇ 'ਚ ਲਿਮਿਟੇਸ਼ਨਸ ਨੇ, ਕਵਰੇਜ ਬਹੁਤ ਘੱਟ ਹੈ। ਦੇਖੋ, ਪਹਿਲੀ ਗੱਲ ਤਾਂ ਜਿਹੜੇ ਗਰੁੱਪ ਪਲਾਨ ਨੇ ਇਹਨਾਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ। ਬਿਲਕੁਲ, ਇਹ ਵੀ ਇੱਕ ਬੈਨੀਫਿਟ ਹੈ। ਬਿਲਕੁਲ, ਜਿਹੜੇ ਜਦੋਂ ਤੁਸੀਂ ਕੰਪਨੀਜ਼ ਨਾਲ ਕੰਮ ਕਰਦੇ ਹੋ। ਬਟ ਉਹਦੇ 'ਚ ਵੀ ਡਿਪੈਂਡ ਕਰਦਾ ਤੁਸੀਂ ਕੰਟਰੀਬਿਊਟ ਕਿੰਨਾ ਕਰ ਰਹੇ ਹੋ, ਇੰਪਲੋਇਰ ਕਿੰਨਾ ਕੰਟਰੀਬਿਊਟ ਕਰ ਰਿਹਾ। ਬਿਲਕੁਲ, ਕਿਉਂਕਿ ਉਹਦੇ 'ਚ ਸਮ ਟਾਈਮ 50-50 ਕੰਟਰੀਬਿਊਸ਼ਨ ਹੁੰਦੀ ਹੈ, ਉਹਦੇ ਐਕਸਟਰਾ ਪੈਸੇ ਕੱਟੇ ਜਾਂਦੇ ਨੇ ਤੁਹਾਡੇ। ਸੋ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਕੰਮ ਤੋਂ ਬੈਨੀਫਿਟ ਮਿਲੇ ਨੇ, ਫਰੀ ਨਹੀਂ ਹੁੰਦੇ, ਤੁਸੀਂ ਆਲਰੇਡੀ ਉਹ 'ਚ ਕੰਟਰੀਬਿਊਟ ਕਰ ਰਹੇ ਹੁੰਦੇ ਹੋ। ਕਈ ਵਾਰੀ 70-30 ਹੁੰਦਾ, ਡਿਪੈਂਡ ਕਰਦਾ ਤੁਹਾਡੇ ਇੰਪਲੋਇਰ ਦੇ ਉੱਪਰ ਕਿ ਕਿੰਨੇ ਅੱਛੇ ਇੰਪਲੋਇਰ ਦੇ ਨਾਲ ਤੁਸੀਂ ਕੰਮ ਕਰ ਰਹੇ ਹੈਗੇ ਹੋ। ਉਹ ਬੈਨੀਫਿਟ ਹੋਣੀ ਅੱਛੀ ਗੱਲ ਹੈ, ਬਟ ਕੀ ਬੈਨੀਫਿਟ ਨਹੀਂ, ਇਹਦੀ ਡਿਟੇਲ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ। ਉਹਨੂੰ ਅੰਡਰਸਟੈਂਡ ਕੀਤਾ ਜਾਏ ਪਹਿਲਾਂ, ਬਿਲਕੁਲ, ਫਿਰ ਉਸ ਤੋਂ ਬਾਅਦ ਫਿਰ ਇਹ ਦੇਖਣ ਦੀ ਲੋੜ ਹੈ ਕਿ ਕੀ ਹੁਣ ਮੇਰੇ ਕੋਲ ਇਨਫ ਕਵਰੇਜ ਹੈ, ਬਿਲਕੁਲ, ਕਿ ਜਾਂ ਮੈਨੂੰ ਹੋਰ ਕਵਰੇਜ ਦੀ ਲੋੜ ਹੈ। ਉਹ ਕਿਸੇ ਵੀ ਫਾਰਮ 'ਚ ਹੋ ਸਕਦੀ, ਚਾਹੇ ਕ੍ਰਿਟੀਕਲ ਇੰਸ਼ੋਰੈਂਸ ਦੀ ਆ, ਜਾਂ ਜਿਹੜੀਆਂ ਡਿਸੇਬਿਲਿਟੀ ਦੀ ਹੈ, ਜਾਂ ਈਵਨ ਲਾਈਫ ਇੰਸ਼ੋਰੈਂਸ ਵੀ ਹੈ। ਜੀ ਬਿਲਕੁਲ, ਉਹ ਤੁਸੀਂ ਇੱਕ ਵਾਰੀ ਬੈਠ ਕੇ ਡਿਟੇਲ, ਅਗਰ ਤੁਹਾਨੂੰ ਪਤਾ ਹੈ ਕਿ ਮੇਰੇ ਕੋਲ ਹੈ ਕਿ, ਫਿਰ ਹੀ ਤੁਸੀਂ ਸੋਚ ਸਕਦੇ ਹੋ ਕਿ ਅੱਛਾ ਹੁਣ ਮੈਨੂੰ ਐਕਸਟਰਾ ਚਾਹੀਦਾ ਕੀ ਹੈ। ਜਦੋਂ ਸਾਨੂੰ ਇਹੀ ਨਹੀਂ ਪਤਾ ਸਾਡੇ ਕੋਲ ਹੈ ਕੀ ਹੈ, ਤਾਂ ਆਪਾਂ ਆਪਣਾ ਨੀਡ ਐਨਾਲਿਸਿਸ ਕਰ ਹੀ ਨਹੀਂ ਸਕਦੇ। ਸੋ ਉਸ ਤੋਂ ਬਾਅਦ ਤੁਸੀਂ ਪ੍ਰੋਪਰ ਫਾਈਂਡ ਆਊਟ ਕਰੋਗੇ ਕਿ ਹਾਂਜੀ ਸਾਡੇ ਲਈ ਹੁਣ ਇਹ ਚੀਜ਼ ਐਕਸਟਰਾ ਦੀ ਜ਼ਰੂਰਤ ਹੈ, ਸਾਨੂੰ ਇੰਨੀ ਕਵਰੇਜ ਹੋਰ ਚਾਹੀਦੀ ਹੈ ਸਾਨੂੰ, ਫਿਰ ਤੁਸੀਂ ਪ੍ਰੋਪਰ ਆਪਣੀ ਜਿਹੜੀ ਲਾਈਫ ਦੀ ਪਲੈਨਿੰਗ ਕਰ ਸਕਦੇ ਹੋ। ਬਹੁਤ ਸਾਰੇ ਕਮੈਂਟਸ ਹੋਰ ਨੇ, ਅਤੇ ਕੁਛ ਦੋਸਤਾਂ ਨੇ ਤੁਹਾਡੀ ਤਾਰੀਫ ਕੀਤੀ ਹੈ ਕਿ ਬੜੇ ਤੁਸੀਂ ਓਨੈਸਟ ਆਨਸਰ ਦੇ ਰਹੇ ਹੋ। ਥੈਂਕ ਯੂ ਜੀ। ਅਤੇ ਬਹੁਤ ਸ਼ੁਕਰੀਆ। ਪਰ ਜਿਹੜੇ ਰਹਿ ਗਏ ਕੁਐਸਚਨ, ਉਹਨਾਂ ਲਈ ਹੁਣ ਤੁਹਾਨੂੰ ਤਕਲੀਫ ਕਰਨੀ ਪਏਗੀ ਕਿ ਤੁਸੀਂ ਆਪਣਾ
ਸੈੱਲ ਫੋਨ ਨੰਬਰ ਦਿਓ। श्योर जी, ज़रूर जी। अगर कोई भी तुहाडे क्वेश्चन कंसर्न ने तो मेरा नंबर है जी 4169947272 416 994 72 72। शुक्रिया जी, बहुत बहुत मेहरबानी। थैंक यू जी।